यूके भर तो ਇਕੱਤਰ ਹੋਏ ਗੱਤਕਾ ਅਖਾੜਿਆਂ ਦੇ ਸਨਮਾਨਯੋਗ ਸ਼ਖਸੀਅਤਾਂ, ਗੁਰੂ ਘਰਾਂ ਦੇ ਨੁਮਾਇੰਦੇ ਅਤੇ ਖਾਸ ਤੌਰ 'ਤੇ ਸਾਡੇ ਜੋ ਮੀਡੀਆ ਦੇ ਪ੍ਰਮੁੱਖ ਜਿਹੜੇ ਸੱਜਣ ਇਕੱਤਰ ਹੋਏ ਹਨ, ਸਮੂਹ ਸਾਧ ਸੰਗਤ ਨਾਲ ਮੈਂ ਮੇਰੇ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਦਾ ਜਵਾਬ ਆਪ ਤੋਂ ਗੱਜ ਵੱਜ ਕੇ ਆਸ ਰੱਖਦਾ ਹਾਂ ਕਿ ਤੁਸੀਂ ਗੱਜ ਵੱਜ ਕੇ ਮੇਰੇ ਪਾਤਸ਼ਾਹ ਦੀ ਫਤਿਹ ਹੋਏ ਸਾਂਝੀ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਆਪ ਸਭਨਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਵਕਤ ਕੱਢ ਕੇ ਇੱਥੇ ਆਏ ਹੋ। ਜਿੰਨੇ ਵੀ ਕਦਮ ਤੁਸੀਂ ਇੱਥੇ ਚੱਲ ਕੇ ਆਏ ਹੋ, ਸਭ ਸਾਡੇ ਸਿਰ ਮੱਥੇ। ਜੋ ਅੱਜ ਦੀ ਜਿਹੜੀ ਓਪਨ ਮੀਟਿੰਗ ਹੈ, ਜੋ ਖੁੱਲ੍ਹੀ ਬੈਠਕ ਹੈ, ਇਸ ਦੇ ਵਿੱਚ ਆਪਾਂ ਵਿਚਾਰਾਂ ਕਰਨੀਆਂ ਹਨ ਜੋ ਆਪਾਂ ਪਹਿਲੀ ਰਾਸ਼ਟਰੀ ਗੱਤਕਾ ਚੈਂਪੀਅਨਸ਼ਿਪ ਜਿਹੜੇ ਮੁਕਾਬਲੇ ਆਪਾਂ ਕਰਾਉਣ ਜਾ ਰਹੇ ਹਾਂ 20 ਜੁਲਾਈ ਨੂੰ, ਇਸ ਦੇ ਸੰਬੰਧ ਦੇ ਵਿੱਚ ਆਪਾਂ ਅੱਜ ਕੁਝ ਆਪਣੀਆਂ ਵਿਚਾਰਾਂ ਵੀ ਪੇਸ਼ ਕਰਨੀਆਂ, ਪਰ ਖਾਸ ਤੌਰ 'ਤੇ ਤੁਹਾਡੀਆਂ ਵੀ ਜੋ ਵਡਮੁੱਲੇ ਜਿਹੜੇ ਸੁਝਾਅ ਨੇ ਉਹ ਵੀ ਤੁਸੀਂ ਸਾਡੇ ਤੱਕ ਰੱਖੋ, ਤਾਂ ਕਿ ਆਪਾਂ ਸਭ ਰਲ ਮਿਲ ਕੇ ਇਸ ਗੱਤਕਾ ਚੈਂਪੀਅਨਸ਼ਿਪ ਨੂੰ ਵੱਡੇ ਤੋਂ ਵੱਡੇ ਲੈਵਲ ਤੱਕ ਕਰਾ ਸਕੀਏ। ਸਾਡੇ ਦਰਮਿਆਨ ਕੁਝ ਵੀਰ ਜੋ ਨੇ ਬਰਮਿੰਘਮ ਤੋਂ, ਉਹ ਥੋੜ੍ਹੇ ਆਉਣ ਨੂੰ ਉਹਨਾਂ ਨੂੰ ਦੇਰੀ ਹੋ ਗਈ ਹੈ, ਪਰ ਅਸੀਂ ਚਾਹੁੰਦੇ ਸੀਗੇ ਕਿ ਆਪਾਂ ਮਿੱਥੇ ਸਮੇਂ ਦੇ ਅਨੁਸਾਰ ਵੀ ਆਪਾਂ ਮੀਟਿੰਗ ਸ਼ੁਰੂ ਕਰੀਏ, ਇਸ ਕਰਕੇ ਆਪਾਂ ਇਹ ਮੀਟਿੰਗ ਸ਼ੁਰੂ ਕਰ ਦਿੱਤੀ ਹੈ। ਪਰ ਮੈਂ ਸਮਝਦਾ ਕਿ ਆਪਣੇ ਜੋ ਮੀਡੀਆ ਦੇ ਜੋ ਚੈਨਲ ਨੇ, ਆਪਣੇ ਦਰਮਿਆਨ ਸੰਗਤ TV ਅਤੇ ਸਿੱਖ ਚੈਨਲ ਦੇ ਜਿਹੜੇ ਵੀਰ ਆਏ ਹੋਏ ਨੇ, ਅਤੇ ਜੋ ਪੰਜਾਬ ਟਾਈਮਸ ਤੋਂ ਵੀ ਮੁੱਖ ਸੰਪਾਦਕ ਅਤੇ ਮਾਲਿਕ ਸਰਦਾਰ ਪੁਰੇਵਾਲ ਸਾਹਿਬ ਉਹ ਵੀ ਆਏ ਹੋਏ ਨੇ, ਉਹਨਾਂ ਦੇ ਰਾਹੀਂ ਉਹਨਾਂ ਨੂੰ ਇਹ ਸਭ ਜਾਣਕਾਰੀ ਬਾਅਦ ਵਿੱਚ ਵੀ ਮਿਲ ਜਾਵੇਗੀ। ਅਲੱਗ-ਅਲੱਗ ਜੋ ਉਮਰ ਦੇ ਜਿਹੜੇ ਦਰਜੇ ਨੇ, ਜੋ ਅਲੱਗ ਏਜ ਕੈਟੇਗਰੀਜ਼ ਨੇ, ਉਹ ਸਭ ਮੁਕਾਬਲੇ ਆਪਾਂ ਚੈਂਪੀਅਨਸ਼ਿਪ ਦੇ ਵਿੱਚ ਕਰਵਾਉਣੇ ਨੇ। ਸੋ ਮਰਦਾਂ ਦਾ ਵੀ ਹੋਵੇਗਾ, ਔਰਤਾਂ ਦਾ ਵੀ ਹੋਵੇਗਾ, ਅਤੇ ਜੇ ਬੱਚਿਆਂ ਦੇ ਅਲੱਗ-ਅਲੱਗ ਜੋ ਆਪਣੇ ਏਜਸ ਮੁਤਾਬਕ ਰੁਚੀ ਹੋਵੇਗੀ ਤਾਂ ਆਪਾਂ ਉਹਨਾਂ ਨੂੰ ਵੀ ਇੱਕ ਅਲੱਗ ਉਹਨਾਂ ਦਾ ਕੰਪੀਟੀਸ਼ਨ ਵਿੱਚ ਹੀ ਹੋਵੇਗਾ। ਅਤੇ ਉਹਨਾਂ ਵੱਲੋਂ ਇੱਕ ਹੋਰ ਜੋ ਸੁਝਾਅ ਦਿੱਤਾ ਗਿਆ ਸੀਗਾ ਜੋ ਟ੍ਰੇਨਿੰਗ ਸੈਂਟਰ ਦਾ, ਇਹ ਵੀ ਬਹੁਤ ਵਧੀਆ ਸੁਝਾਅ ਹੈ, ਅਤੇ ਆਸ ਕਰਦਾ ਕਿ ਆਪਾਂ ਦੇਖੋ ਆਪਾਂ ਰਲ ਮਿਲ ਕੇ ਅਗਾਂਹ ਇਹ ਵੀ ਆਪਾਂ ਪ੍ਰਾਪਤੀ ਹਾਸਲ ਕਰਨੀ ਹੈ। ਪਰ ਹਜੇ ਆਪਾਂ ਇਹ ਸ਼ੁਰੂਆਤੀ ਦੌਰ ਦੇ ਵਿੱਚ ਹਾਂ। ਆਪਾਂ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਇਕੱਤਰ ਕਰਨਾ ਹੈ, ਕੋਸ਼ਿਸ਼ ਕਰਨੀ ਹੈ ਕਿ ਆਪਾਂ ਸਭ ਇੱਕ ਮੰਚ 'ਤੇ ਇਕੱਠੇ ਹੋਈਏ। ਪਰ ਉਸ ਦੇ ਨਾਲ ਨਾਲ ਇਹ ਵੀ ਹੈ ਕਿ ਜੋ ਜ਼ਿੰਮੇਵਾਰੀ ਜੋ ਅਲੱਗ-ਅਲੱਗ ਅਖਾੜਿਆਂ ਦੇ 'ਤੇ ਆਉਂਦੀ ਹੈ, ਉਹ ਬਹੁਤ ਜ਼ਰੂਰੀ ਹੈ, ਕਿਉਂਕਿ ਜੋ ਫੈਡਰੇਸ਼ਨ ਹੈ ਇਹ ਅਖਾੜਿਆਂ ਦੀ ਜਗ੍ਹਾ ਨਹੀਂ ਲੈ ਸਕਦੀ, ਕਦੀ ਵੀ ਨਹੀਂ। ਅਖਾੜਿਆਂ ਦਾ ਆਪਣਾ ਅਲੱਗ ਰੋਲ ਹੈ, ਕਿਉਂਕਿ ਉਹਨਾਂ ਨੇ ਆਪਣੀਆਂ ਪਰੰਪਰਾਵਾਂ ਵੀ ਕਾਇਮ ਰੱਖਣੀਆਂ ਨੇ, ਉਹਨਾਂ ਨੇ ਆਪਣੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਵੀ ਮੁਕਾਬਲੇ ਕਰਾਉਣੇ ਨੇ। ਕਈ ਅਖਾੜਿਆਂ ਦੀਆਂ ਅਲੱਗ-ਅਲੱਗ ਸ਼ਾਖਾਵਾਂ ਵੀ ਨੇ, ਉਹਨਾਂ ਨੇ ਉਹਨਾਂ ਦੇ ਮੁਤਾਬਕ ਵੀ ਆਪਣੇ ਮੁਕਾਬਲੇ ਕਰਾਉਣੇ ਨੇ, ਔਰ ਇਹ ਕਰਵਾਏ ਜਾਣੇ ਵੀ ਚਾਹੀਦੇ ਨੇ। ਪਰ ਮੈਂ ਸਮਝਦਾ ਕਿ ਜੇ ਆਪਾਂ ਸਾਰਿਆਂ ਨੂੰ ਇੱਕ ਮੰਚ 'ਤੇ ਇਕੱਠਾ ਕਰ ਲਈਏ ਤਾਂ ਉਹਨਾਂ ਦੇ ਵਿੱਚ ਵੀ ਜਿਹੜੀ ਰਾਬਤਾ ਜੋ ਹੈ, ਜੋ ਨੈਟਵਰਕਿੰਗ ਹੈ, ਉਹ ਹੋਰ ਵੀ ਵਧੇਗੀ, ਤਾਂ ਕਿ ਆਪਸ 'ਚ ਵੀ ਉਹ ਰਲ ਮਿਲ ਕੇ ਗੱਤਕੇ ਨੂੰ ਹੋਰ ਪ੍ਰਫੁੱਲਤ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਵੀ ਕਰ ਸਕਣ। ਇਸ ਦੇ ਨਾਲ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਅਤੇ ਜੋ ਪੰਥ ਦੇ ਅਨਮੋਲ ਜੋ ਰਤਨ ਨੇ, ਭਾਈ ਫੌਜਾ ਸਿੰਘ ਜੀ ਵੀ ਸਾਡੇ ਸਨਮੁਖ ਹਨ। ਉਹਨਾਂ ਨੂੰ ਦਾਸ ਵੱਲੋਂ ਬੇਨਤੀ ਹੈ ਕਿ ਉਹ ਜ਼ਰੂਰ 1-2 ਮਿੰਟ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕਰਨ। ਸਰਦਾਰ ਫੌਜਾ ਸਿੰਘ ਜੀ। ਬੁਲਾਰੇ ਬਹੁਤ ਸੋਹਣਾ ਕਹਿ ਗਏ ਆ। ਮੈਂ ਤਾਂ ਜਿਹੜੀ ਮੇਰੇ ਦਿਮਾਗ 'ਚ ਗੱਲ ਆ ਕੋਈ ਸੱਚੀ, ਉਹੋ ਹੀ ਉੱਠਦੀ ਆ, ਕਿਉਂ ਪੰਜਾਬੀ ਗੱਲ ਜਿੱਧਰ ਨੂੰ ਮਰਜ਼ੀ ਰਹਾ। ਸਰਦਾਰ ਗੁਰਦੀਪ ਸਿੰਘ ਗੱਲ ਕਹੀ, ਇਸ ਗੱਲ ਦੇ ਵਿੱਚ ਇੱਕ ਚੀਜ਼ ਦਾ ਸੁਧਾਰ ਨਹੀਂ ਗੱਤਕੇ ਦੇ ਵਿੱਚ। ਇੱਕ ਤਾਂ ਟ੍ਰੇਨਿੰਗ ਬੰਦੇ ਦੀ ਸਰੀਰ ਵਧੀਆ ਬਣ ਜਾਂਦਾ। ਹੁਣ ਕਬੱਡੀ ਦੇ ਵਿੱਚ ਠੀਕ ਵਾ, ਸਾਡੀ ਮਾਂ ਖੇਲ ਵਾ, ਉਹ ਡਰੱਗਾਂ ਨੂੰ ਚੈੱਕ ਕਰਦੇ ਆ। ਇਸ ਗੱਲ 'ਚ ਨਾ ਡਰੱਗ ਨੂੰ ਚੈੱਕ ਕਰਨ ਦੀ ਲੋੜ ਵਾ, ਇੱਕ ਸਰੂਪ ਬੜਾ ਕਹਿਣ ਤੋਂ ਬਗੈਰ ਹੀ ਬੰਦਾ ਜਿਹੜਾ ਇਸ ਗੱਲ 'ਚ ਬਣਨਾ ਹੈ ਨਾ, ਉਹਨੂੰ ਕਹਿਣ ਦੀ ਵੀ ਲੋੜ ਨਹੀਂ, ਉਹ ਪਹਿਲਾਂ ਹੀ ਸੁਧਰਿਆ ਹੋਇਆ ਬੰਦਾ ਇਸ ਗੱਤਕੇ ਦੇ ਵਿੱਚ ਵੜ ਸਕਦਾ। ਮੈਂ ਤਾਂ ਕਹਿੰਦਾ ਇਹ ਖਰੇ ਸਿੱਖਾਂ ਨੇ ਜਾਂ ਮੁੰਡਿਆਂ ਨੇ ਕਿੱਥੋਂ ਗੱਲ ਟੋਲੀ ਆ, ਬਾਹਲੇ ਤਕੜੇ ਸੁਧਾਰ ਵਾਲੀ ਇਹ ਗੱਲ ਵਾ। ਐਟੋਮੈਟਿਕ ਹੀ ਕਿਸੇ ਨੂੰ ਕਹਿਣ ਜਿਹੜਾ ਆਦਮੀ ਬੜੂ ਹੈ ਨਾ ਵਿੱਚ ਲੀੜੇ ਵੀ
ਧਰਮ ਵੀ ਟ੍ਰੇਨਿੰਗ ਵੀ। ਕਈ ਲੋਕ ਦੂਏ ਪਾਸੇ ਨੂੰ ਲੈ ਜਾਂਦੇ ਜੀ, ਹੁਣ ਰਫਲਾਂ ਜੇ ਨਹੀਂ ਇਹ ਪਿਛਲੇ ਬੰਦਾ ਕੱਲਾ ਵੀ ਡਿੱਕ ਕੇ ਆ ਜਾਂਦਾ। ਇਹ ਗੱਤਕੇ ਦਾ ਇਹ ਵੀ ਫਾਇਦਾ, ਉਹ ਆਦਮੀ ਡਿੱਕਾ ਮਾੜਾ ਪਤਲਾ 2-4 ਬੰਦੇ ਡਿੱਕਾ ਝੱਲ ਜਾਂਦੇ ਆ। ਮੈਂ ਤਾਂ ਕਹਿੰਦਾ ਸਾਰੀਆਂ ਖੇਲਾਂ ਨਾਲੋਂ ਜਿਹੜਾ ਸਿੱਖਾਂ ਵਾਸਤੇ ਇਹ ਖੇਲ ਹੈ ਨਾ, ਇਹ ਤਾਂ ਗੱਲ ਇਹੋ ਜਿਹੀ ਕੱਢੀ ਆ, ਕਮਾਲ ਕਰਤੀ। ਮੈਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਸੀ। ਇਹਨਾਂ ਤੋਂ ਸੁਣ ਕੇ ਮੇਰੇ ਦਿਮਾਗ 'ਚ ਆਈ ਇਹ ਗੱਲ। ਤਾਂ ਐਟੋਮੈਟਿਕ, ਜਿੱਦਾਂ ਇੱਕ ਭੂਮੀ ਚੋਰ ਨੂੰ ਕਿਹਾ ਸੀ ਨਾ ਵੀ ਮਹਾਰਾਜ ਦੀ ਬਾਣੀ ਦੇ ਵਿੱਚ ਵੀ ਚੋਰੀ ਛੱਡ ਦੇ, ਉਹ ਮੰਨਦਾ ਨਹੀਂ ਸੀ। ਫਿਰ ਉਹਨੂੰ 3-4 ਸ਼ਰਤਾਂ ਲਾਈਆਂ, ਝੂਠ ਨਹੀਂ ਬੋਲਣਾ ਤੇ ਲੂਣ ਰਹਾਮ ਨੇ ਕਰਨਾ, ਗਰੀਬ ਨੂੰ ਦੇਖ ਕੇ ਤੜਫਣਾ। ਇਹਨਾਂ ਨਾਲ ਹੀ ਹਟ ਗਿਆ ਸੀ ਉਹ। ਇਹ ਗੱਤਕੇ ਦੀ ਇਹ ਗੱਲ ਵਾ, ਗੱਤਕੇ ਦੇ ਵਿੱਚ ਜਿਹੜਾ ਬੰਦੇ ਆਊਗਾ, ਜਿਹੜਾ ਪਿਆਰ ਨਾਲ ਬੱਚਾ ਬੁੱਚਾ ਆਊ, ਸਾਰੇ ਕੰਮ ਛੱਡ ਦੋ, ਕਹਿਣ ਦੀ ਲੋੜ ਨਹੀਂ ਪਈ, ਨਾ ਉਹਨੂੰ ਚੈੱਕ ਕਰਨ ਦੀ ਲੋੜ ਪਈ। ਇੰਨੀ ਗੱਲ ਕਹਿੰਦਾ ਹੋਇਆ ਮੈਂ ਸਤਿ ਸ੍ਰੀ ਅਕਾਲ, ਨਿਮਾਣਾ ਜਿਹਾ ਬੰਦਾ ਅਨਪੜ੍ਹ ਜਾ, ਇੰਨੀ ਗੱਲ ਮੇਰੇ ਦਿਮਾਗ 'ਚ ਆਈ। ਇਹ ਤਾਂ ਬਹੁਤ ਚੰਗਾ ਹੋਇਆ ਤੁਸੀਂ ਮੈਨੂੰ ਕੁਦਰਤੀ ਕਹਾ। ਸਰਦਾਰ ਫੌਜਾ ਸਿੰਘ ਜੀ, ਜੋ ਕਿ ਕਿਸੇ ਵੀ ਪਹਿਚਾਣ ਦੇ ਮੁਹਤਾਜ ਨਹੀਂ, ਉਹਨਾਂ ਨੇ ਬਹੁਤ ਹੀ ਵਧੀਆ ਅੰਦਾਜ਼ ਦੇ ਵਿੱਚ, ਜੋ ਥੋੜ੍ਹੇ ਲਫ਼ਜ਼ਾਂ ਦੇ ਵਿੱਚ ਤੀਰ ਸਹੀ ਨਿਸ਼ਾਨੇ 'ਤੇ ਮਾਰਿਆ ਕਿ ਦੇਖੋ ਕਿ ਕਿਵੇਂ ਜੋ ਇਹ ਗੱਤਕਾ, ਜੋ ਇਹ ਖੇਡ ਹੈ, ਜੋ ਇਹ ਸਿੱਖ ਮਾਰਸ਼ਲ ਆਰਟ ਹੈ, ਇਸ ਦੇ ਰਾਹੀਂ ਕਿ ਆਪਾਂ ਜੋ ਸਭ ਜੋ ਅਗਲੀ ਪੀੜ੍ਹੀ ਵੀ ਹੈ ਉਸ ਨੂੰ ਆਪਾਂ ਸਿੱਖ ਧਰਮ ਦੇ ਨਾਲ, ਸਿੱਖ ਪਰੰਪਰਾਵਾਂ ਦੇ ਨਾਲ, ਸਿੱਖੀ ਪਹਿਚਾਣ ਦੇ ਨਾਲ, ਬਾਣੀ ਅਤੇ ਬਾਣੇ ਨਾਲ ਉਹਨਾਂ ਸਾਰਿਆਂ ਨੂੰ ਪ੍ਰੇਰਿਤ ਕਰ ਸਕਦੇ ਹਾਂ ਕਿ ਕਿਵੇਂ ਤੁਸੀਂ ਆਪਣੀ ਸਿੱਖੀ ਦੇ ਨਾਲ ਜੁੜੇ ਰਹੋ ਅਤੇ ਜੋ ਆਪਣੇ ਜੋ ਹੁਨਰ ਹੈ, ਜੋ ਤੁਹਾਡੀ ਸਿਹਤ ਨੂੰ ਵੀ ਬਣਾਉਣ ਦਾ ਅਤੇ ਤੁਹਾਡੇ ਸਰੀਰ ਨੂੰ ਵੀ ਵਧੀਆ ਤਰੀਕੇ ਨਾਲ ਰੱਖਣ ਦਾ ਅਤੇ ਬਾਕੀ ਸਾਰਿਆਂ ਦੇ ਵਿੱਚ ਉਹ ਸੁਨੇਹਾ ਪਹੁੰਚਾਉਣ ਦਾ ਕਿ ਦੇਖੋ ਗੱਤਕੇ ਦੇ ਨਾਲ ਅਸੀਂ ਆਹ ਪ੍ਰਾਪਤੀਆਂ ਕਰ ਸਕਦੇ ਹਾਂ। ਇਸ ਦੇ ਨਾਲ ਨਾਲ ਦਾਸ ਵੱਲੋਂ ਬੇਨਤੀ ਹੈ, ਜੋ ਸਾਡੇ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਦੇ ਵਜੋਂ ਸੇਵਾ ਨਿਭਾ ਰਹੇ ਨੇ, ਉਹਨਾਂ 'ਤੇ ਸਾਨੂੰ ਬੜਾ ਮਾਣ ਹੈ। ਸਾਡੇ ਜੋ ਵੀਰ ਨੇ ਸਰਦਾਰ ਸਤਨਾਮ ਸਿੰਘ ਜੀ ਮਠੱਡਾ, ਕਬੱਡੀ ਜਿਨ੍ਹਾਂ ਉਚਾਈਆਂ ਤੱਕ ਪਹੁੰਚੀ ਹੈ, ਦਾਸ ਵੱਲੋਂ ਉਹਨਾਂ ਦਾ ਵੀ ਸ਼ੁਕਰਗੁਜ਼ਾਰ ਹੈ ਕਿ ਉਹ ਦੇਖੋ ਨਾਲ ਸਾਡੇ ਨਾਲ ਮੋਢਾ ਰਲਾ ਕੇ ਨਾਲ ਚੱਲ ਰਹੇ ਨੇ। ਔਰ ਲੋੜ ਵੀ ਸਾਨੂੰ ਬਹੁਤ ਹੈ ਕਿਉਂਕਿ ਕਬੱਡੀ ਬਹੁਤ ਦਰੁਸਤ ਇਸ ਵੇਲੇ ਹੈ, ਜੋ ਉਸ ਦਾ ਢਾਂਚਾ ਹੈ ਸਾਡਾ ਤਾਂ ਜੇ ਹੌਲੀ ਹੌਲੀ ਕਾਇਮ ਹੋਣਾ ਹੈ। ਪਰ ਮੈਂ ਉਹਨਾਂ ਨੂੰ ਵੀ ਆਪਣੇ ਵੱਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕਰਨ ਦਾ ਇਹ ਮੌਕਾ ਦਿੰਦਾ ਅਤੇ ਬੇਨਤੀ ਕਰਦਾ ਕਿ ਤੁਸੀਂ ਜ਼ਰੂਰ 2 ਮਿੰਟ ਸਰਦਾਰ ਸਤਨਾਮ ਸਿੰਘ ਜੀ ਮਠੱਡਾ। ਸਾਡੀ ਸਿੱਖੀ ਦੇ ਨਾਲ, ਸਿੱਖ ਧਰਮ ਦੇ ਨਾਲ ਬਹੁਤ ਅਟੈਚ ਆ। ਗੱਤਕਾ ਸਾਡਾ ਕੁਛ ਮੇਲਿਆਂ ਤੋਂ ਤੱਕ ਹੀ ਸੀਮਿਤ ਰਹਿ ਗਿਆ ਸੀਗਾ, ਜੋ ਕਿ ਇਸ ਪੱਧਰ 'ਤੇ ਨਹੀਂ ਪਹੁੰਚਾ। ਆਪਣੇ ਪੰਜਾਬੀਆਂ ਦੀ ਮਾਂ ਖੇਡ ਜਿਹੜੀ ਕਬੱਡੀ ਸੀ, ਉਹ ਹੌਲੀ ਹੌਲੀ ਪੰਜਾਬ ਗੌਰਮੈਂਟ ਦੀ ਮਦਦ ਨਾਲ ਬਾਹਰਲੀਆਂ ਕੰਟਰੀਆਂ, ਸਾਰੇ ਹੁਣ ਤਾਂ ਬਹੁਤ ਕੰਟਰੀਆਂ ਦੇ ਵਿੱਚ ਪਹੁੰਚ ਗਈ ਆ, ਜਿਹਦੀ ਇੱਕ ਪਹਿਚਾਣ ਬਣ ਗਈ ਆ। ਇਸੇ ਤਰ੍ਹਾਂ ਮੈਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਿੱਖ ਸੰਗਤ ਨੂੰ ਵਧਾਈਆਂ ਦਿੰਦਾ, ਜੋ ਕਿ ਗੱਤਕਾ ਫੈਡਰੇਸ਼ਨ UK ਸਮਾਪਤ ਕੀਤੀ ਆ। ਇਹਦੇ ਨਾਲ ਜੋ ਕਿ ਹੈਗਾ ਹਰੇਕ ਕੰਮ ਲਈ, ਕਿਸੇ ਵੀ ਕਰ ਲਈ, ਬੋਡੀ ਦੀ ਜਿਹੜੀ ਆ ਜ਼ਰੂਰਤ ਬਹੁਤ ਆ। ਜੇ ਬੋਡੀ ਜਾਂ ਰੂਲ ਰੈਗੂਲੇਸ਼ਨ ਕਿਸੇ ਵੀ ਗੇਮ ਦੇ ਜਾਂ ਕਿਸੇ ਵੀ ਢਾਂਚੇ ਦੇ ਨਹੀਂ ਹੈਗੇ ਤਾਂ ਉਹ ਕਿਸੇ ਸਿਰੇ ਨਹੀਂ ਪਹੁੰਚ ਸਕਦੇ। ਪਰਮਜੀਤ ਸਿੰਘ ਢੇਸੀ, ਜਿਨ੍ਹਾਂ ਨੂੰ ਸੇਵਾ ਮਿਲੀ ਹੈਗੀ ਆ, ਤੇ ਇਹਨਾਂ ਦੇ ਵਿੱਚ ਗੁਣ ਹੈਗੇ ਆ ਵੀ ਇਹ ਸਾਰੀ ਇੰਗਲੈਂਡ ਨੂੰ ਇਕੱਠਾ ਕਰ ਸਕਦੇ ਹੈਗੇ ਆ। ਇਹਦੀ ਲੋੜ ਵੀ ਸੀਗੀ ਆਪਾਂ ਨੂੰ, ਨੇ ਹੋਰ ਸਪੋਰਟਸਾਂ ਦੇ ਉੱਤੇ ਕਾਫੀ ਸਾਡੇ ਵੀਰ ਮਾਇਆ ਖਰਚ ਕਰ ਰਹੇ ਹੈਗੇ ਆ, ਪਰ ਕਈ ਵਾਰੀ ਉਹਨਾਂ ਥੋੜ੍ਹੀਆਂ ਘਾਟਾਂ ਵੀ ਹੈਗੀਆਂ ਕਿ ਬੱਚੇ ਨੂੰ ਨਸ਼ਿਆਂ ਤੋਂ ਬਚਾਉਣ ਲਈ ਅਸੀਂ ਕਰਨੇ ਸੀ, ਪਰ ਉਹਦੇ ਰਿਜ਼ਲਟ ਇੰਨੇ ਠੀਕ ਨਹੀਂ ਨਿਕਲੇ ਹੈਗੇ। ਦਾਸ ਨੇ ਵੀ 2 ਟੂਰਨਾਮੈਂਟ ਅੱਗੇ ਤੇ ਕਰਾਏ ਸੀ 10 ਸਾਲ ਪਹਿਲਾਂ। ਉਹ ਕਹਿ ਰਿਹਾ ਸੀ ਬਈ ਸਾਨੂੰ ਕੋਈ ਸਪੋਂਸਰ ਨਹੀਂ ਕਰਦਾ ਤੇ ਡਰ ਵੀ ਅਸੀਂ ਕੋਈ ਨੂੰ ਹਾਲ ਦੇ ਵਿੱਚ ਕਰਾਇਆ ਸੀ 10 ਸਾਲ ਪਹਿਲਾਂ। ਇੱਕ ਇੰਡੀਆ ਵਿੱਚ ਲੁਧਿਆਣੇ ਕਰਾਇਆ ਸੀ ਕੰਪੀਟੀਸ਼ਨ, ਉੱਥੇ 20-25 ਟੀਮਾਂ ਪੰਜਾਬ ਦੀਆਂ ਆਈਆਂ ਸੀਗੀਆਂ, ਪਰ ਉਹ ਸਾਡੀ ਸੇਵਾ ਚੱਲ ਨਹੀਂ ਸਕੀ। ਸਾਡੇ ਔਰਗਨਾਈਜ਼ ਕੁਛ ਨਾ ਕੁਛ ਉਹ ਪੁਲਿਸ ਨੇ ਬਾਅਦ 'ਚ ਅਰੈਸਟ ਕਰ ਲਿਆ ਤੇ ਉਹ ਜੇਲ੍ਹਾਂ 'ਚ ਬੈਠੇ ਆ ਤੇ ਉਹ ਸਾਰਾ ਕੰਮ ਖੜ ਗਿਆ। ਬਹੁਤ ਸੋਹਣਾ ਉਦਮ ਹੈਗਾ। ਮੈਂ ਸਵੇਰੇ ਮਹਿੰਦਰ ਸਿੰਘ ਖਹਿਰਾ ਉਹਨਾਂ ਨਾਲ ਗੱਲ ਕੀਤੀ ਸੀ, ਉੱਥੇ ਬੂਟਾ ਸਿੰਘ ਨੌਜਵਾਨ ਸੇਵਾ ਨਿਭਾ ਰਹੇ ਹੈਗੇ ਆ। ਉਹਨਾਂ ਕੋਲ 4-5 ਕਲੱਬ ਹੈਗੇ ਆ 4-5 ਸ਼ਹਿਰਾਂ ਦੇ ਵਿੱਚ, ਤੇ ਉਹ ਕਹਿੰਦੇ ਸੀ ਇੱਕ ਮੀਟਿੰਗ ਆਉਣ ਵਾਲੇ ਸਮੇਂ ਮਿੰਟ ਜ਼ਰੂਰ ਰੱਖੀ ਕਰਕੇ ਉੱਥੇ ਅਖਾੜੇ ਜ਼ਿਆਦਾ ਹੈਗੇ ਆ। ਮੈਂ ਕੱਲ੍ਹ ਆਪਣੀ ਟੀਮ ਨਾਲ ਵੀ ਗੱਲ ਕੀਤੀ ਸੀ, ਸਾਡੇ ਪਾਸੇ 50-60 ਨੌਜਵਾਨ ਹੈਗੇ ਆ ਜਿਹੜੇ 15 ਸਾਲ ਤੋਂ ਸੇਵਾ ਨਿਭਾ ਰਹੇ ਹੈਗੇ ਆ, ਤੇ ਇੰਗਲੈਂਡ ਦੇ ਸਾਰੇ ਸ਼ਹਿਰਾਂ ਦੇ ਵਿੱਚ ਉਹ ਜਾਂਦੇ ਆ ਵਿਸਾਖੀ ਦੇ ਉੱਤੇ, ਤੇ ਉਹ ਵੀ ਕਹਿੰਦੇ ਸੀ ਅਸੀਂ ਸਹਿਯੋਗ ਦਿਆਂਗੇ, ਹਿੱਸਾ ਲਾਵਾਂਗੇ। ਪ੍ਰਿਤੀਪਾਲ ਸਿੰਘ ਜੀ
ਜੋ ਭਾਈ ਪ੍ਰੀਤਮ ਸਿੰਘ ਨੇ ਸਾਡੇ ਬਜ਼ੁਰਗਾਂ ਦੇ ਨਾਲ ਸੇਵਾ ਨਿਭਾਉਂਦੇ, ਉਹਨਾਂ ਦੀ ਸਵੇਰੇ ਗੱਲ ਹੋਈ ਸੀ। ਉਹ ਵੀ ਕਹਿੰਦੇ ਕਿਸੇ ਨੌਜਵਾਨ ਲੈ ਕੇ ਆਵਾਂਗੇ। ਇਹ ਸੇਵਾ ਬਚਕ ਹੁਣ ਆਰਗੇਨਾਈਜ਼ ਆਪਾਂ ਕਰਨ ਲੱਗੇ ਹਾਂ। ਪਿੱਛੇ ਵੀਰ ਤੇਜੀ ਸਿੰਘ ਸਾਡੇ ਵੀਰ ਨੌਜਵਾਨ ਬੈਠੇ ਆ। ਮੇਰੇ ਖਿਆਲ ਮੈਨੂੰ ਬਹੁਤੀ ਜਾਣਕਾਰੀ ਤਾਂ ਨਹੀਂ, ਪਰ ਮੈਨੂੰ ਇੰਨਾ ਪਤਾ ਵੀ 30 ਸਾਲ ਤੋਂ ਇਹ ਸੇਵਾ ਇੰਗਲੈਂਡ 'ਚ ਪਹਿਲੀ ਵਾਰੀ ਗੁਰੂ ਘਰਾਂ ਦੇ ਵਿੱਚ ਇਹ ਟੀਮ ਲੈ ਗਿਆ, ਅਤੇ ਇਹ ਲੈ ਕੇ ਜਾਂਦੇ ਹੁੰਦੇ ਸੀ। ਅਤੇ ਸਾਰੀ ਰਾਤ ਜੁੜੀ ਵੀ ਜਾਂਦਾ ਹੁੰਦਾ ਸੀ। ਮੈਨੂੰ ਪਤਾ ਛੋਟੇ ਹੁੰਦੇ ਦਾ 8 ਵਜੇ ਤੋਂ ਲੱਗ ਕੇ ਸਵੇਰ ਦੇ 6 ਵਜੇ ਤੱਕ। ਅਤੇ ਇੱਕ ਗੱਤਕੇ ਦੀ 2 ਸਭਾਵਾਂ ਦੇ ਵਿੱਚ ਇਹਨੇ ਬਹੁਤ ਹੀ ਯੋਗਦਾਨ ਪਾਇਆ। ਮੈਨੂੰ ਬੜੀ ਖੁਸ਼ੀ ਆ, ਪਿੱਛੇ ਬੈਠੇ ਹੈਗੇ ਉਹ। ਅਤੇ ਉੱਦਮ ਬਹੁਤ ਸੋਹਣਾ ਤੁਹਾਡਾ, ਸਤਿਗੁਰ ਤੁਹਾਨੂੰ ਸਾਰਿਆਂ ਨੂੰ ਚੜ੍ਹਦੀਆਂ ਕਲਾਂ ਬਖਸ਼ੇ। ਅਤੇ ਮੈਂ ਦੇਖਿਆ ਕਾਫੀ ਸੋਹਣੀ ਪ੍ਰੈਜ਼ੈਂਸ ਤੁਸੀਂ ਕੀਤੀ ਹੈਗੀ ਆ। ਅਤੇ ਮੈਡਲਾਂ ਜਿੰਨੀਆਂ ਵੀ ਟੀਮਾਂ ਹੈਗੀਆਂ, ਤਕਰੀਬਨ ਆਪਣੇ ਸਾਰੇ ਆਪਣੇ ਪਰਿਵਾਰਾਂ 'ਚੋਂ ਹੀ ਆ, ਆਪਣੇ ਸਾਰੇ ਘਰੋਂ ਪਿਆਰੇ ਹੈਗੇ ਆ। ਅਤੇ ਬਹੁਤ ਸੋਹਣਾ ਉੱਦਮ ਹੈਗਾ। ਅਤੇ ਅਸੀਂ ਮੀਡੀਆ ਨੂੰ ਵੀ ਅਤੇ ਗੁਰੂ ਘਰ ਦੀ ਟੀਮ ਵੱਲੋਂ ਵੀ ਸਹਿਯੋਗ ਦਿਆਂਗੇ। ਇੱਕੋ ਸੀ ਕਹਿੰਦੇ ਇੱਕ ਮੀਟਿੰਗ ਜ਼ਰੂਰ ਮੈਡਲੈਂਡ ਦੇ ਵਿੱਚ ਰੱਖ ਲਈ ਜਾਵੇ। ਅਤੇ ਬੂਟਾ ਸੋਹਣੀ ਕਹਿੰਦੇ ਸੀਗੇ ਥੋੜ੍ਹਾ ਜਿਹਾ ਅਸੀਂ ਚਾਹੁੰਦੇ ਸੀ ਜੋ ਬੋਕੜੀ ਛਪ ਚੁੱਕੀ ਆ, ਸੂਟ ਛਪ ਚੁੱਕੇ ਆ, ਉਹ 'ਤੇ ਵਿਚਾਰ ਸਾਂਝੇ ਕਰਨੇ ਚਾਹੁੰਦੇ ਸੀਗੇ ਉਹ। ਪਰ ਜੇ ਹੁਣ ਇਹ ਬਣ ਚੁੱਕੀ ਆ ਤਾਂ ਆਪਾਂ ਉਹਨਾਂ ਨੂੰ ਵੀ ਤਿਆਰ ਕਰਾਂਗੇ ਕਿ ਨਹੀਂ ਉਹ ਇਹ ਅਸੂਲਾਂ ਨੂੰ ਮੰਨਣ। ਅਤੇ ਸਵੇਰੇ ਮੈਨੂੰ ਦੱਸਣਾ ਤਕਰੀਬਨ ਅੱਧਾ ਪੌਣਾ ਘੰਟਾ ਰਸਤੇ 'ਚ ਆਉਂਦੇ ਗੱਲ ਹੋਈ ਸੀਗੀ। ਉਹ ਕਹਿੰਦੇ ਸਾਨੂੰ ਬੜੀ ਖੁਸ਼ੀ ਹੈਗੀ ਆ। ਉਹ ਵੀ ਤਕਰੀਬਨ ਹਰੇਕ ਸਾਲ ਹੋਲੇ ਮਹੱਲੇ ਦੇ ਉੱਤੇ ਮੇਰੇ ਖਿਆਲ 15 ਸਾਲ ਤੋਂ ਕੰਪੀਟੀਸ਼ਨ ਕਰਾਉਂਦੇ ਆ ਰਹੇ ਹੈਗੇ ਆ। ਉੱਥੇ ਵੀ 8-10 ਟੀਮਾਂ ਹਰੇਕ ਸਾਲ ਹਿੱਸਾ ਲੈਂਦੀਆਂ ਹੈਗੀਆਂ। ਦਾਸ ਨੇ ਬਹੁਤ ਵਾਰੀ ਉੱਥੇ ਵੀ ਜਾਣ ਦਾ ਮੌਕਾ ਮਿਲਿਆ ਹੈਗਾ। ਧੰਨਵਾਦ। ਮੈਂ ਸਮਾਂ ਨਾ ਲਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀ ਤੁਸੀਂ ਜਾਣਕਾਰੀ ਦਿੱਤੀ ਅਤੇ ਸਾਡੀ ਵੀ ਹੋਰ ਹੌਸਲਾ ਅਫਜ਼ਾਈ ਕੀਤੀ ਕਿ ਅਸੀਂ ਸਹੀ ਲੀਹਾਂ 'ਤੇ ਚੱਲ ਰਹੇ ਹਾਂ। ਅਤੇ ਉਹਨਾਂ ਦੇ ਨਾਲ ਵੀ ਜੋ ਤੁਹਾਡੇ ਸੁਝਾਅ ਨੇ, ਅਸੀਂ ਤੁਹਾਡੇ ਹੁਕਮ ਸਿਰ ਮੱਥੇ ਅਸੀਂ ਜ਼ਰੂਰ ਮਿਡਲੈਂਡ ਦੇ ਵਿੱਚ, ਮੈਂ ਖੁਦ ਆਪ ਸਭਨਾਂ ਦੇ ਨਾਲ ਰਲ ਕੇ ਆਪਾਂ ਉੱਥੇ ਵੀ ਇੱਕ ਮੀਟਿੰਗ ਮਿਡਲੈਂਡ ਦੇ ਵਿੱਚ ਕਰੂੰਗੇ, ਤਾਂ ਕਿ ਆਪਾਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਆ। ਅਤੇ ਉਹ ਸਿਰਫ ਤਦ ਹੀ ਹੋ ਸਕਦਾ ਹੈ ਜਦੋਂ ਤੁਹਾਡੇ ਸੁਝਾਅ ਸਾਨੂੰ ਮਿਲਣਗੇ। ਜੋ ਹੁਣ ਤੁਸੀਂ ਸਾਨੂੰ ਕਹਿ ਦਿੱਤਾ ਹੁਕਮ ਸਿਰ ਮੱਥੇ, ਆਪਾਂ ਐਨ ਵੈਸੇ ਹੀ ਕਰੂੰਗੇ ਜੀ। ਇਸ ਦੇ ਨਾਲ ਨਾਲ ਦਾਸ ਵੱਲੋਂ ਬੇਨਤੀ ਹੈ ਕਿ ਪੁਰੇਵਾਲ ਸਾਹਿਬ ਦੇ ਨਾਲ ਬੈਠੇ ਹੋਏ ਨੇ ਸਰਦਾਰ ਗੁਰਮੇਲ ਸਿੰਘ ਜੀ ਮੱਲੀ, ਜੋ ਕਿ ਸੰਗਤ ਟਰੱਸਟ ਅਤੇ ਜੋ ਸੰਗਤ TV ਦੇ ਟਰੱਸਟੀ ਵੱਲੋਂ ਵੀ ਸੇਵਾ ਨਿਭਾ ਰਹੇ ਨੇ, ਅਤੇ ਜੋ ਲੰਡਨ ਸਟੂਡੀਓ ਦੇ ਕਰਤਾ ਧਰਤਾ ਵੀ ਨੇ। ਦਾਸ ਵੱਲੋਂ ਉਹਨਾਂ ਨੂੰ ਬੇਨਤੀ ਹੈ ਕਿ ਉਹ 2 ਮਿੰਟ ਲਈ ਆਪਣੇ ਵੀ ਜੋ ਵਡਮੁੱਲੇ ਵਿਚਾਰ ਨੇ ਉਸ ਆਪ ਸਾਡੇ ਸਾਰਿਆਂ ਨਾਲ ਸਾਂਝੇ ਕਰਨ। ਸਰਦਾਰ ਗੁਰਮੇਲ ਸਿੰਘ ਜੀ ਮੱਲੀ। ਜਿੱਥੇ ਪੰਜਾਬ ਪਿਛਲੇ ਸਮਿਆਂ ਦੇ ਵਿੱਚ ਸਪੋਰਟਸ ਦੇ ਵਿੱਚ ਅੱਗੇ ਵਧਿਆ, ਕਿਉਂਕਿ ਬਿਨਾਂ ਗੌਰਮੈਂਟਾਂ ਦੇ ਸਪੋਰਟ ਤੋਂ ਕੋਈ ਵੀ ਗੇਮ ਤਰੱਕੀ ਨਹੀਂ ਕਰ ਸਕਦੀ। ਤੇ ਪਿਛਲੇ ਸਮਿਆਂ ਦੇ ਵਿੱਚ ਪੰਜਾਬ ਗੌਰਮੈਂਟ ਨੇ ਜੋ ਕਬੱਡੀ ਦਾ ਵਰਲਡ ਲੈਵਲ ਦੇ ਉੱਤੇ ਇੱਕ ਨਮੂਨਾ ਪੇਸ਼ ਕੀਤਾ, ਉਹ ਤੁਹਾਡੇ ਸਾਹਮਣੇ ਆ। ਤੇ ਜਿਹੜਾ ਗੱਤਕਾ ਫੈਡਰੇਸ਼ਨ, ਵਰਲਡ ਗੱਤਕਾ ਫੈਡਰੇਸ਼ਨ ਪਿਛਲੇ ਸਮੇਂ ਦੇ ਵਿੱਚ ਤਿਆਰ ਹੋਈ, ਇਹ ਸਿੱਖ ਭਾਵਨਾਵਾਂ ਰੱਖਦੇ ਹੋਏ ਸਿੱਖੀ ਨੂੰ ਪ੍ਰਫੁੱਲਤ ਕਰਨ ਦੀ ਖਾਤਰ, ਕਿਉਂਕਿ ਗੱਤਕਾ ਗੁਰੂਆਂ ਦੇ ਸਮੇਂ ਤੋਂ ਚੱਲਿਆ ਆ ਰਿਹਾ, ਲੇਕਿਨ ਇਹਨੂੰ ਅਸੀਂ ਜਿੰਨਾ ਪ੍ਰਮੋਟ ਹੋਣਾ ਚਾਹੀਦਾ ਸੀ ਉਹ ਹੋ ਨਹੀਂ ਸਕਿਆ। ਸੋ ਉਸ ਉਪਰਾਲੇ ਨੂੰ, ਕਿਉਂਕਿ ਪੰਜਾਬੀਆਂ ਦੀਆਂ ਗੇਮਾਂ ਹਮੇਸ਼ਾ ਹੀ ਪੇਂਡੂ ਗੇਮਾਂ ਬਣ ਕੇ ਰਹਿ ਗਈਆਂ, ਤੇ ਅਸੀਂ ਤਾਂ ਹੀ ਸਫਲ ਹੋ ਸਕਦੇ ਹਾਂ ਜੇ ਇਹਨਾਂ ਗੇਮਾਂ ਨੂੰ ਅਸੀਂ ਵਰਲਡ ਲੈਵਲ ਤੇ ਆਪਣੀਆਂ ਸਹੀ ਤਰੀਕੇ ਦੇ ਨਾਲ ਆਰਗੇਨਾਈਜੇਸ਼ਨਾਂ ਬਣਾ ਕੇ, ਜਿਸ ਤਰ੍ਹਾਂ ਉਪਰਾਲਾ ਹੋ ਰਿਹਾ, ਜਿਹਦੇ ਵਿੱਚ UK ਗੱਤਕਾ ਫੈਡਰੇਸ਼ਨ ਜੋ ਬਣੀ ਹੈਗੀ ਆ, ਉਹਦੇ ਜੋ ਪ੍ਰੈਜ਼ੀਡੈਂਟ ਵਰਲਡ ਗੱਤਕਾ ਫੈਡਰੇਸ਼ਨ ਨੇ ਬਣਾਏ ਹਨ, ਉਹ ਬਹੁਤ ਹੀ ਹੋਣਹਾਰ ਗ੍ਰੇਵਜੈਂਟ ਤੋਂ ਤਨਮਨਜੀਤ ਸਿੰਘ ਜੀ, ਜਿਹੜੇ ਕਿ ਐਕਸ ਮੇਅਰ ਵੀ ਰਹਿ ਚੁੱਕੇ ਆ ਛੋਟੀ ਹੀ ਉਮਰ ਦੇ ਵਿੱਚ। ਜਦੋਂ ਆਪਾਂ ਪੰਜਾਬੀ 'ਚ ਗੱਲ ਕਰਦੇ ਹਾਂ ਕਿ ਤੁਸੀਂ ਇਸ ਦੇਸ਼ ਦੇ ਜੰਪਲ ਹੋਣ ਦੇ ਨਾਤੇ PhD ਇਸ ਦੇਸ਼ ਦੀ ਆਕਸਫੋਰਡ ਯੂਨੀਵਰਸਿਟੀ ਤੋਂ ਕਰਨ ਦੇ ਬਾਵਜੂਦ ਵਧੀਆ ਤਰੀਕੇ ਨਾਲ ਜੋ ਪੰਜਾਬੀ ਦੇ ਵਿੱਚ ਵੀ ਜਦੋਂ ਗੱਲ ਕਰਦੇ ਆ, ਸਾਨੂੰ ਮਾਣ ਹੁੰਦਾ ਕਿ ਸਾਡੇ ਬੱਚੇ ਸਾਡੇ ਦੇਸ਼ ਨਾਲ, ਸਾਡੇ ਦੇਸ਼ ਦੀ ਮਿੱਟੀ ਦੇ ਨਾਲ, ਸਾਡੀ ਸਿੱਖੀ ਦੇ ਨਾਲ, ਸਿੱਖ ਕੌਮ ਨਾਲ ਉਹਨਾਂ ਦਾ ਬਹੁਤ ਪਿਆਰ ਆ। ਤੇ ਜੋ ਸੇਵਾਵਾਂ ਮੀਡੀਆ ਦੇ ਸਕਦਾ, ਮੇਰਾ ਖਿਆਲ ਜਿਹੜਾ ਵੀ ਗੁਰੂ ਦੇ ਨਾਲ ਜੁੜਿਆ ਹੈ ਉਹਦਾ ਫਰਜ਼ ਬਣਦਾ ਕਿ ਜਿਹੜੀ ਵੀ ਗੇਮ ਕਿਸੇ ਤਰੀਕੇ ਦੇ ਨਾਲ ਵੀ ਅਸੀਂ ਉਹਦੀ ਹੈਲਪ ਕਰ ਸਕਦੇ ਹਾਂ, ਤਾਂ ਸੰਗਤ TV ਬਚਨ ਬਣਦਾ, ਜਿੱਥੇ ਵੀ ਕੋਈ ਪ੍ਰੋਗਰਾਮ ਹੋਵੇਗਾ, ਜਿੱਥੇ ਵੀ ਕੋਈ ਮੈਸੇਜ ਹੋਏਗਾ, ਉਹਨੂੰ ਡਿਲੀਵਰ ਕਰਨ ਦੀ ਕੋਸ਼ਿਸ਼ ਕਰੇਗਾ। ਸੋ ਜਿੰਨੀਆਂ ਵੀ UK ਲੈਵਲ ਤੇ ਜਥੇਬੰਦੀਆਂ ਹਨ ਜਾਂ ਅਖਾੜੇ ਹਨ, ਕਿਉਂਕਿ ਸਾਊਥ ਹਾਲ ਦੇ ਵਿੱਚ ਵੀ 2-3 ਅਖਾੜੇ, ਮੈਂ ਅੰਕਲ ਜੀ ਹੁਣਾਂ ਨੂੰ, ਸਾਡੇ ਬਹੁਤ ਹੀ ਸਤਿਕਾਰਯੋਗ ਗਿਆਨੀ ਪ੍ਰੀਤਮ ਸਿੰਘ ਜੀ, ਜਿਹੜੇ ਕਿ ਇੱਕ ਪੁਰਾਣੇ ਸਮਿਆਂ ਤੋਂ ਪ੍ਰਚਾਰਕ ਵੀ ਹਨ
ਸਿੱਖੀ ਦੇ ਧੁਰੇ ਨਾਲ ਵੀ ਜੁੜੇ ਹਨ, ਉਸ ਉਹਨਾਂ ਪਿੰਡਾਂ ਦੇ ਵਿੱਚ ਉਹਨਾਂ ਨੇ ਵਿਚਰਿਆ ਹੈ ਜਿੱਥੇ ਸਾਡੇ ਕੌਮ ਦੇ ਸ਼ਹੀਦ ਪੈਦਾ ਹੋਏ। ਸੋ ਉਹ ਵੀ ਇੱਥੇ ਅੱਜ ਹਾਜ਼ਰ ਹਨ, ਕਿਉਂਕਿ ਉਹਨਾਂ ਦੇ ਨਾਲ ਕਾਫੀ ਗੱਤਕੇ ਦੀਆਂ ਜਿਹੜੀਆਂ ਟੀਮਾਂ ਹੈਗੀਆਂ ਜੁੜੀਆਂ ਹੋਈਆਂ ਹਨ, ਪਰ ਸਮਾਂ ਘੱਟ ਹੋਣ ਕਰਕੇ ਉਹ ਨਹੀਂ ਪਹੁੰਚ ਸਕੀਆਂ। ਲੇਕਿਨ ਇਹਨਾਂ ਨੇ ਪ੍ਰੋਮਿਸ ਕੀਤਾ ਹੈ ਕਿ ਉਹ ਵੱਧ ਤੋਂ ਵੱਧ ਟੀਮਾਂ ਨੂੰ ਨਾਲ ਲੈ ਕੇ ਇਸ ਵਿੱਚ ਭਾਗ ਲੈਣਗੇ। ਸੋ ਇੰਨਾ ਹੀ ਕਹਿੰਦਾ ਹੋਇਆ ਖਿਮਾ ਦਾ ਜਾਚਕ ਹਾਂ। ਫਿਰ ਸੰਗਤ ਟਰਸਟ ਵੱਲੋਂ, ਸੰਗਤ ਟੀਵੀ ਵੱਲੋਂ ਜੋ ਵੀ ਸੇਵਾ ਐਜ ਏ ਮੀਡੀਆ ਲਾਈ ਜਾਵੇਗੀ ਉਹਨੂੰ ਨਿਭਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਜਿਹੜੀਆਂ ਸਾਡੀਆਂ ਕਈ ਜਿਹੜੀਆਂ ਖੇਡਾਂ ਨੇ ਉਹ ਪਿੰਡ ਲੈਵਲ ਤੱਕ ਹੀ ਰਹਿ ਗਈਆਂ, ਤਾਂ ਆਪਾਂ ਉਹਨਾਂ ਨੂੰ ਉਚਾਨ ਨਹੀਂ ਕਰ ਪਾਏ। ਕਬੱਡੀ ਹੁਣ ਇੱਕ ਇਹੋ ਜਿਹੀ ਖੇਡ ਹੈ ਜਿਸ ਨੂੰ ਆਪਾਂ ਸਾਰਿਆਂ ਨੇ ਰਲ ਮਿਲ ਕੇ ਉਹਨਾਂ ਉਚਾਈਆਂ ਤੱਕ ਆਪਾਂ ਪਹੁੰਚਾ ਸਕੇ ਹਾਂ, ਪਰ ਉਸ ਹਵਾਲੇ ਤੋਂ ਬਗੈਰ ਹੋਰ ਕੋਈ ਵੀ ਇਹੋ ਜਿਹੀ ਖੇਡ ਜਾਂ ਕੋਈ ਆਪਣੇ ਵਿੱਚ ਪਰੰਪਰਾ ਇਹ ਨਹੀਂ ਹੈ ਜੋ ਆਪਾਂ ਅੰਤਰਰਾਸ਼ਟਰੀ ਪੱਧਰ ਤੱਕ ਜਿਸ ਨੂੰ ਲਿਜਾ ਸਕੇ ਹਾਂ। ਅਤੇ ਸਾਡੇ ਦਰਮਿਆਨ ਜੋ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਵੀ ਉਹ ਸਾਡੇ ਸਨਮੁਖ ਹਨ। ਮੈਂ ਬਾਅਦ ਵਿੱਚ ਉਹਨਾਂ ਨੂੰ ਵੀ 2 ਮਿੰਟ ਆਪਣੇ ਵਿਚਾਰ ਪੇਸ਼ ਕਰਨ ਦਾ ਜ਼ਰੂਰ ਬੇਨਤੀ ਕਰੂੰਗਾ। ਉਸ ਤੋਂ ਪਹਿਲਾਂ ਜੋ ਕਿ ਸਿੱਖ ਚੈਨਲ ਅਤੇ ਪੰਜਾਬ ਰੇਡੀਓ ਦੇ ਜੋ ਬਹੁਤ ਹੀ ਸੂਝਵਾਨ ਅਤੇ ਉੱਘੇ ਪ੍ਰੈਜ਼ੈਂਟਰ ਨੇ ਉਹ ਸਾਡੇ ਦਰਮਿਆਨ ਨੇ। ਪਲ ਸਾਹਿਬ ਅਤੇ ਘੁੰਮਣ ਸਾਹਿਬ ਵੱਲੋਂ ਜੋ ਕਿ ਪੰਜਾਬ ਰੇਡੀਓ ਦੇ ਮਾਲਿਕ ਨੇ ਅਤੇ ਜੋ ਸਿੱਖ ਚੈਨਲ ਦੇ ਮਾਲਿਕ ਨੇ, ਉਹਨਾਂ ਨੇ ਗੁਸਤਾਖੀ ਮਾਫ ਅਤੇ ਆਪਣੀ ਅਪੋਲੋਜੀਜ਼ ਭੇਜੀਆਂ ਨੇ ਕਿ ਉਹ ਕੁਝ ਹੋਰ ਰੁਝੇਵਿਆਂ ਕਾਰਨ ਇੱਥੇ ਨਹੀਂ ਪਹੁੰਚ ਸਕੇ। ਪਰ ਡਾਕਟਰ ਗੁਰਦੀਪ ਸਿੰਘ ਜੀ ਜਗਬੀਰ ਨੂੰ ਇਸ ਗੱਲ ਦਾ ਵੀ ਮਾਣ ਹੈ ਕਿ ਜਿਹੜਾ ਸਾਡਾ ਸਤਿਕਾਰਯੋਗ ਸੰਗਤ ਚੈਨਲ ਹੈ ਉਸ ਦੇ ਉੱਪਰ ਵੀ, ਔਰ ਸਤਿਕਾਰਯੋਗ ਆਪਣੇ ਵੀਰ ਸਰਦਾਰ ਰਜਿੰਦਰ ਸਿੰਘ ਜੀ ਪੂਰੇਵਾਲ ਹੋਣਾ ਦੇ ਨਾਲ ਵੀ ਪੰਜਾਬ ਟਾਈਮ ਦੇ ਵਿੱਚ ਵੀ ਮੁਬਾਰਕ ਕੰਮ ਕਰਨ ਦਾ ਮੌਕਾ ਮਿਲਿਆ। ਤੋ ਇਸ ਫੀਲਡ ਦੇ ਵਿੱਚ ਸਤਿਗੁਰ ਨੇ ਅਪਾਰ ਬਖਸ਼ਿਸ਼ ਕੀਤੀ ਹੈ, ਤੋ ਬਹੁਤ ਅੱਛਾ ਲੱਗਾ, ਬਹੁਤ ਚੰਗਾ ਲੱਗਾ। ਮੱਲੀ ਸਾਹਿਬ ਨੇ ਇੱਕ ਬੜੀ ਪਿਆਰੀ ਗੱਲ ਕਹੀ ਕਿ ਕੁਝ ਸਾਡੀਆਂ ਖੇਡਾਂ ਇੱਕ ਪਿੰਡ ਲੈਵਲ ਤੱਕ ਜਾਂ ਸ਼ਹਿਰ ਲੈਵਲ ਤੱਕ, ਮੈਂ ਥੋੜ੍ਹਾ ਜਿਹਾ ਇਸ ਤੋਂ ਅੱਗੇ ਚੱਲਾਂ। ਮੇਰੇ ਖਿਆਲ ਦੇ ਵਿੱਚ ਸ਼ਾਇਦ ਕੁਝ ਖੇਡਾਂ ਸਾਡੇ ਸਿੱਖ ਲੈਵਲ ਤੱਕ ਹੀ ਸੀਮਿਤ ਰਹਿ ਗਈਆਂ ਨੇ। ਜੇ ਆਪਾਂ ਕਬੱਡੀ ਦੀ ਗੱਲ ਕੀਤੀ ਹੈ ਤਾਂ ਅੱਜ ਜਿਹੜੀ ਗੱਲ ਹੋਈ ਹੈ ਸਾਡੀ ਮਾਰਸ਼ਲ ਆਰਟ ਦੀ, ਜਿਹਨੂੰ ਆਪਾਂ ਗੱਤਕਾ ਕਹਿੰਦੇ ਹਾਂ, ਕਬੱਡੀ ਦੇ ਵਿੱਚ ਮੈਨੂੰ ਮਾਫੀ ਦਿਓ ਜੇ ਇਸ ਗੱਲ ਨੂੰ ਕਹਿੰਦੇ ਹੋਇਆ ਕਿ ਹੋ ਸਕਦਾ ਹੈ ਕਿ ਜਿਹੜੇ ਕਬੱਡੀ ਖੇਡ ਰਹੇ ਨੇ ਉਹ ਸਾਬਤ ਸੂਰਤ ਨਹੀਂ, ਪਰ ਜਿਹੜੇ ਇਸ ਮਾਰਸ਼ਲ ਆਰਟ ਦੇ ਵਿੱਚ ਆਣਗੇ ਜ਼ਾਹਿਰ ਤੌਰ ਉੱਪਰ ਉਹਨਾਂ ਦੇ ਕੋਲ ਬਾਣੀ ਵੀ ਹੈ, ਉਹਨਾਂ ਦੇ ਕੋਲ ਰੂਪ ਵੀ ਹੈ। ਯਾਨੀ ਕਿ ਸਿੱਖੀ ਦੀ ਸਹੀ ਅਗਰ ਅਸੀਂ ਰਿਪਰੈਜ਼ੈਂਟੇਸ਼ਨ ਚਾਹੁੰਦੇ ਹਾਂ ਤਾਂ ਇਹ ਜਿਹੜੀ ਖੇਡ ਹੈ ਜਿਹਨੂੰ ਆਪਾਂ ਗੱਤਕਾ ਕਹਿੰਦੇ ਹਾਂ, ਮਾਰਸ਼ਲ ਆਰਟ ਸਾਡਾ, ਇਸ ਨੂੰ ਬੜਾ ਪਹਿਲਾਂ ਪ੍ਰਫੁੱਲਿਤ ਕਰ ਦਿੱਤਾ ਜਾਣਾ ਚਾਹੀਦਾ ਸੀ ਔਰ ਇਸ ਲੈਵਲ ਤੇ ਪ੍ਰਫੁੱਲਿਤ ਹੋਣੀ ਚਾਹੀਦੀ ਸੀ। ਮੈਨੂੰ ਇਸ ਗੱਲ ਨੂੰ ਕਹਿਣ ਲੱਗਿਆ ਬੜਾ ਮਾਣ ਹਾਸਲ ਹੁੰਦਾ ਕਿ ਅੱਜ ਦੁਨੀਆ ਦੇ ਲੈਵਲ ਉੱਪਰ ਪਹਿਲੀ ਵਾਰੀ ਇਸਤਰੀ ਨੂੰ ਇੰਟਰੋਡਿਊਸ ਕੀਤਾ ਗਿਆ ਫਰੰਟ ਦੇ ਉੱਤੇ। ਲੇਕਿਨ ਆਪਾਂ ਆਪਣਾ ਇਤਿਹਾਸ ਫਰੋਲ ਕੇ ਦੇਖੀਏ, ਜੇ ਸਿੱਖਾਂ ਨੇ ਹਰ ਕੰਮ ਦੇ ਵਿੱਚ ਪਹਿਲ ਕੀਤੀ ਹੈ ਤਾਂ ਸਭ ਤੋਂ ਪਹਿਲਾਂ ਸਾਡੀ ਸਿੱਖ ਬੇਬੀ ਫਰੰਟ ਤੇ ਗਈ ਹੈ, ਮਾਈ ਭਾਗੋ। ਔਰ ਮੇਰੇ ਖਿਆਲ ਦੇ ਵਿੱਚ ਇਹ ਗੱਲ ਅਸੀਂ ਦੁਨੀਆ ਨੂੰ ਦੱਸ ਹੀ ਨਹੀਂ ਸਕੇ ਕਿ ਸਾਡੀ ਸਭ ਤੋਂ ਪਹਿਲਾਂ, ਅੱਜ ਤੁਸੀਂ ਕਹਿ ਰਹੇ ਹੋ ਕਿ ਅਸੀਂ ਆਪਣੀ ਔਰਤ ਇੰਟਰੋਡਿਊਸ ਕਰ ਰਹੇ ਹਾਂ, ਫਰੰਟ ਤੇ ਭੇਜ ਰਹੇ ਹਾਂ, ਮਾਈ ਭਾਗੋ ਨੂੰ 300 ਸਾਲ ਪਹਿਲਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਰੰਟ ਤੇ ਭੇਜਿਆ ਸੀ, ਜਿਹੜੀ ਲੜੀ ਸੀ ਜਾ ਕੇ ਬਕਾਇਦਾ ਔਰ ਮੋਹਰੇ ਹੋ ਕੇ ਲੜੀ ਸੀ। ਤਾਂ ਬਹੁਤ ਇੱਕ ਅੱਛੀ ਗੱਲ ਹੋਈ ਕਿ ਜਿਹੜਾ ਸਾਡਾ ਇਹ ਮਾਰਸ਼ਲ ਆਰਟ ਹੈ ਇਸ ਨੂੰ ਕਾਇਮ ਕਰਨ ਦੇ ਲਈ ਮੇਰੇ ਨੌਜਵਾਨ ਵੀਰ ਤਨਮਨ ਸਿੰਘ ਜੀ ਢੇਸੀ ਸਾਹਿਬ ਇਹ ਅੱਗੇ ਆਏ। ਸਤਿਗੁਰ ਇਹਨਾਂ ਨੂੰ ਉਮਰ ਦਰਾਜ਼ ਕਰੇ, ਬਖਸ਼ਿਸ਼ਾਂ ਕਰੇ। ਔਰ ਇੱਕ ਗੱਲ ਮੈਂ ਜ਼ਰੂਰ ਸੁਝਾਅ ਦੇ ਤੌਰ ਉੱਪਰ ਲਓ, ਕਿਉਂਕਿ ਆਲਰੇਡੀ ਜਿਹਨੂੰ ਆਪਾਂ ਫੈਂਸਿੰਗ ਕਹਿੰਦੇ ਹਾਂ, ਤਲਵਾਰ ਮੁਕਾਬਲੇ ਜਿਹੜੇ ਉਹ ਆਲਰੇਡੀ ਜਿਹੜੇ ਚੱਲ ਰਹੇ ਨੇ, ਸਾਡੀਆਂ ਜਿਹੜੀਆਂ ਦੂਸਰੀਆਂ ਵੱਡੀਆਂ ਗੇਮਾਂ ਨੇ ਓਲੰਪਿਕ ਲੈਵਲ ਦੇ ਉੱਪਰ, ਤੀਰ ਅੰਦਾਜ਼ੀ ਦੇ ਮੁਕਾਬਲੇ ਆਮ ਤੌਰ ਉੱਪਰ ਚੱਲ ਰਹੇ ਨੇ। ਪਰ ਮੈਨੂੰ ਇਸ ਗੱਲ ਨੂੰ ਕਹਿਣ ਲੱਗਿਆ ਕੋਈ ਅਫਸੋਸ ਤਾਂ ਹੈ ਪਰ ਸ਼ੁਭਾ ਕੋਈ ਨਹੀਂ ਹੈ ਕਿ ਅੱਜ ਸਾਡੇ ਪਾਸ ਸਾਡਾ ਰਾਜ ਨਹੀਂ ਹੈ, ਜਿਸ ਦੇ ਕਾਰਨ ਅਸੀਂ ਓਲੰਪਿਕ ਲੈਵਲ ਉੱਪਰ ਆਪਣੇ ਰਾਜ ਵੱਲੋਂ ਕੋਈ ਆਪਣੀ ਟੀਮ ਭੇਜ ਸਕੀਏ। ਪਰ ਮੈਂ ਇਸ ਗੱਲ ਨੂੰ ਇੱਕ ਸੁਝਾਅ ਦੇ ਤੌਰ ਦੇ ਉੱਤੇ ਆਪ ਦੇ ਸਾਹਮਣੇ ਰੱਖਣਾ ਚਾਹੁੰਦਾ ਕਿ ਅਸੀਂ ਘੱਟੋ ਘੱਟ ਜੇ ਸਾਡੀ ਗੱਤਕਾ ਜੋ ਅੱਜ ਅਸੀਂ ਸ਼ੁਰੂ ਕਰ ਰਹੇ ਹਾਂ, ਸਤਿਗੁਰ ਨੇ ਬਖਸ਼ਿਸ਼ ਕੀਤੀ। ਮੈਂ ਜਦੋਂ ਤੁਸੀਂ ਮੌਕਾ ਦਿਓਗੇ ਮੈਂ ਤਨਮਨ ਸਿੰਘ ਉਹਨਾਂ ਨੂੰ ਇੱਕ ਸਵਾਲ ਵੀ ਪੁੱਛਾਂਗਾ ਕਿ ਕੀ ਤੁਸੀਂ ਟ੍ਰੇਨਿੰਗ ਲਈ ਵੀ ਕੋਈ ਸੈਂਟਰ ਖੋਲ ਰਹੇ ਹੋ ਕਿ ਨਹੀਂ, ਉਹ ਤੁਹਾਡੀ ਕੀ ਸਕੀਮ ਹੈ। ਮੈਂ ਇਸ ਗੱਲ ਨੂੰ ਇਸ ਕਰਕੇ ਕਹਿਣਾ ਚਾਹੁੰਦਾ ਕਿ ਬੇਸ਼ੱਕ ਅੱਜ ਅਸੀਂ ਰਾਜ ਪੈਮਾਨੇ ਉੱਪਰ ਨਾ ਕਹਿ ਸਕੀਏ ਕਿ ਅਸੀਂ ਓਲੰਪਿਕ ਦੇ ਵਿੱਚ ਇਹ ਗੇਮ ਲੈ ਕੇ ਆ ਰਹੇ ਹਾਂ, ਮਾਰਸ਼ਲ ਆਰਟ ਲੈ ਕੇ ਆ ਰਹੇ ਹਾਂ, ਪਰ ਅਸੀਂ ਘੱਟੋ ਘੱਟ ਤੀਰ ਅੰਦਾਜ਼ੀ ਜਿਹੜੀ ਇਸ ਵਕਤ ਓਲੰਪਿਕ ਦੇ ਵਿੱਚ ਇੰਟਰੋਡਿਊਸ ਹੋ ਚੁੱਕੀ ਹੈ, ਜਾਂ ਫੈਂਸਿੰਗ ਜਿਹਨੂੰ ਆਪਾਂ ਕਿਰਪਾਨਬਾਜ਼ੀ ਕਹਿੰਦੇ, ਤਲਵਾਰਬਾਜ਼ੀ,
ਉਹ ਇੰਟਰੋਡਿਊਸ ਹੋ ਚੁੱਕੀ। ਅਸੀਂ ਘੱਟੋ ਘੱਟ ਇਸ ਆਪਣੀ ਫੈਡਰੇਸ਼ਨ ਦੇ ਰਾਹੀਂ ਉਹਨਾਂ ਨੂੰ ਯਾਨੀ ਕਿ ਦੂਸਰੇ ਦੇਸ਼ਾਂ ਨੂੰ ਇਹ ਚੈਲੰਜ ਕਰ ਸਕਦੇ ਹਾਂ ਕਿ ਆਓ ਅੱਜ ਸਾਡੇ ਵੀ ਤਿਆਰ ਹੋ ਚੁੱਕੇ ਨੇ ਗੁਰ ਕੇ ਸਿੱਖ, ਜੇ ਕਿਸੇ ਨੇ ਕਿਰਪਾਨਬਾਜ਼ੀ ਦਾ ਜਾਂ ਤਲਵਾਰਬਾਜ਼ੀ ਦਾ ਮੁਕਾਬਲਾ ਕਰਨਾ ਤੇ ਅਸੀਂ ਵੀ ਆਪਣੇ ਸਿੰਘ ਓਲੰਪਿਕ ਦੇ ਵਿੱਚ ਭੇਜਣ ਦੇ ਲਈ ਤਿਆਰ ਹਾਂ। ਤੇ ਦੂਸਰੀ ਗੱਲ ਜਿਹੜੀ ਕਿ ਸਭ ਤੋਂ ਅਹਿਮ ਗੱਲ ਹੈ ਕਿ ਮਾਰਸ਼ਲ ਆਰਟ ਸਾਡਾ ਜੋ ਗੱਤਕਾ ਹੈ, ਇਸ ਨੂੰ ਅਸੀਂ ਇਸ ਕਦਰ ਇੱਕ ਪਹਿਚਾਣ ਯਾਨੀ ਕਿ ਇਸ ਦੇ ਨਾਲ ਸਿਰਫ ਸਾਡੀ ਇੱਕ ਮਾਰਸ਼ਲ ਆਰਟ ਦੀ ਹੀ ਪਹਿਚਾਣ ਨਹੀਂ ਹੋਏਗੀ, ਸਾਡੀ ਸਿੱਖੀ ਰੂਪ, ਸਿੱਖੀ ਸਵਰੂਪ, ਸਾਡੀ ਸਿੱਖੀ ਬਾਣੇ ਦੀ ਵੀ ਇੱਕ ਪਹਿਚਾਣ ਹੋਏਗੀ। ਇੱਕ ਸਿੱਖ ਦੀ ਆਪਣੇ ਆਪ ਦੇ ਵਿੱਚ ਜਿਹੜੀ ਪਹਿਚਾਣ ਹੈ ਉਹ ਵੀ ਕਾਇਮ ਹੋਏਗੀ। ਤੋ ਇਸ ਕਰਕੇ ਇਸ ਦੀ ਜਿਹੜੀ ਕਾਇਮੀ ਹੈ ਇਹ ਸਾਡੀ ਹੁਣ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ। ਮੈਂ ਇੱਕ ਗੱਲ ਹੋਰ ਕਹਿਣੀ ਚਾਹਾਂਗਾ, ਮੈਂ ਫਿਰ ਉੱਥੇ ਗੱਲ ਆਉਣਾ ਕਿ ਸਾਡਾ ਅੱਜ ਦੇਸ਼ ਨਹੀਂ। ਇਸ ਗੱਲ ਨੂੰ ਮੈਂ ਇਸ ਕਰਕੇ ਕਿਹਾ ਕਿਉਂਕਿ ਕਈ ਦੇਸ਼ ਦੁਨੀਆ ਵਿੱਚ ਐਸੇ ਨੇ ਜਿਸ ਦੇਸ਼ ਦੇ ਵਿੱਚ ਮਿਲਟਰੀ ਜਿਹੜੀ ਹੈ ਨਾ ਸਰਵਿਸ ਹਰ ਮਨੁੱਖ ਲਈ, ਹਰ ਸ਼ਹਿਰੀਅਤ ਲਈ, ਹਰ ਨਾਗਰਿਕ ਲਈ ਲੈਣੀ ਜ਼ਰੂਰੀ ਹੈ। ਦੁਨੀਆ 'ਚ ਕਈ ਮੁਲਕ ਐਸੇ ਹੈ ਜਿਹੜੇ ਮੁਲਕ 'ਚ ਤੁਸੀਂ ਉਸ ਮੁਲਕ 'ਚ ਅਗਰ ਜਨਮ ਲਿਆ, ਭਾਵੇਂ ਤੁਸੀਂ ਕਿਸੇ ਵੀ ਮੂਲ ਦੇ ਹੋ, ਮੈਂ ਐਸੇ ਮੁਲਕਾਂ ਦੇ ਵਿੱਚ ਗਿਆ, ਉੱਥੋਂ ਦੇ ਜਿਹੜੇ ਸਾਡੇ ਬੱਚੇ ਵੀ ਜੰਮ ਪਲ ਨੇ, ਸਿੱਖ ਬੱਚੇ, ਉਹ ਵੀ ਉੱਥੋਂ ਦੀ ਮਿਲਟਰੀ ਟ੍ਰੇਨਿੰਗ ਲੈਂਦੇ ਕਿਉਂਕਿ ਇਹ ਉਹਨਾਂ ਦਾ ਅਸੂਲ ਹੈ, ਉਹਨਾਂ ਦਾ ਲਾਅ ਹੈ, ਉਹਨਾਂ ਦਾ ਕਾਨੂੰਨ ਹੈ। ਤੋ ਸਾਡਾ ਵੀ ਇੱਕ ਕਾਨੂੰਨ ਹੈ ਜਿਸ ਕਾਨੂੰਨ ਨੂੰ ਲਾਗੂ ਕਰਨ ਵਾਲੇ ਸਾਡੇ ਪਾਸ ਇੱਕ ਅਕਾਲ ਤਖਤ ਸਾਹਿਬ ਹੈ। ਤਾਂ ਮੈਂ ਇਹ ਵੀ ਕਹਾਂਗਾ ਕਿ ਤੁਸੀਂ ਇੱਕ ਰਾਏ ਅੱਜ ਆਪਣੀ ਫੈਡਰੇਸ਼ਨ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਹ ਵੀ ਭੇਜੋ ਕਿ ਜਿੱਥੇ ਹਰ ਬੱਚੇ ਨੂੰ ਪੰਜਾਬੀ ਭਾਸ਼ਾ ਬਾਣੀ ਪੜ੍ਹਨੀ ਹਰ ਕੌਮ ਦੀ, ਹਰ ਪਰਿਵਾਰ ਦੇ ਸਿੱਖ ਬੱਚੇ ਨੂੰ ਜ਼ਰੂਰੀ ਹੈ, ਉੱਥੇ ਸਾਡਾ ਮਾਰਸ਼ਲ ਆਰਟ ਹਰ ਬੱਚੇ ਦੇ ਲਈ ਜ਼ਰੂਰੀ ਕਰ ਦਿਓ। ਇਹ ਕੰਪਲਸਰੀ ਤੌਰ ਪਰ ਇੱਕ ਹੁਕਮਨਾਮਾ ਜਾਰੀ ਹੋਵੇ ਕਿ ਜ਼ਰੂਰੀ ਹੈ ਕਿ ਸਿੱਖ ਬੱਚਾ ਜਿੱਥੇ ਪੰਜਾਬੀ ਭਾਸ਼ਾ ਪੜ੍ਹੇਗਾ, ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੀ ਜਿੱਥੇ ਬਾਣੀ ਪੜ੍ਹੇਗਾ, ਉੱਥੇ ਹਰ ਬੱਚੇ ਨੂੰ ਸਿੱਖਾਂ ਦਾ ਮਾਰਸ਼ਲ ਆਰਟ ਗੱਤਕਾ ਸਿੱਖਣਾ ਵੀ ਕੰਪਲਸਰੀ ਤੌਰ ਪਰ ਹੁਕਮਨ ਜ਼ਰੂਰੀ ਹੋਵੇਗਾ। ਬਹੁਤ ਬਹੁਤ ਆਪ ਜੀ ਦਾ ਧੰਨਵਾਦ ਔਰ ਬਹੁਤ ਬਹੁਤ ਧੰਨਵਾਦ ਤਨਮੰਦ ਸਿੰਘ ਸਾਹਿਬ ਜੀ ਦਾ ਜਿਨ੍ਹਾਂ ਨੇ ਮੌਕਾ ਦਿੱਤਾ। ਮੈਨੂੰ ਇਸ ਗੱਲ ਨੂੰ ਕਹਿਣ ਲੱਗਿਆ ਬੜੀ ਮਾਣ ਹੈ ਕਿ ਬੜੇ ਪੁਰਾਣੀਆਂ ਸ਼ਖਸੀਅਤਾਂ ਦੇ ਦਰਸ਼ਨ ਹੋਏ। ਸਤਿਕਾਰਯੋਗ ਸਾਡੀ ਕੌਮ ਦੇ ਦੌੜਾਕ ਫੌਜਾ ਸਿੰਘ ਸਾਹਿਬ ਜੀ, ਸਤਿਕਾਰਯੋਗ ਬਾਬਾ ਪ੍ਰੀਤਮ ਸਿੰਘ ਜੀ, ਪੁਰੇਵਾਲ ਸਾਹਿਬ, ਮੱਲੀ ਸਾਹਿਬ, ਕਈ ਸ਼ਖਸੀਅਤਾਂ ਦੇ ਦਰਸ਼ਨ ਹੋਏ। ਬਹੁਤ ਅੱਛਾ ਲੱਗਾ। ਸਤਿਗੁਰ ਚੜ੍ਹਦੀ ਕਲਾ ਇਸ ਫੈਡਰੇਸ਼ਨ ਨੂੰ ਵੀ ਬਖਸ਼ਣ ਔਰ ਇਸ ਫੈਡਰੇਸ਼ਨ ਨੂੰ ਚਲਾਉਣ ਵਾਲੇ ਉਹਨਾਂ ਹੋਰ ਪ੍ਰਬੰਧਕਾਂ ਨੂੰ, ਤਨਮੰਦ ਸਿੰਘ ਸਾਹਿਬ ਦੇ ਨਾਲ ਜਿਹੜੇ ਵੀ ਮੋਢੇ ਨਾਲ ਮੋਢਾ ਢਾ ਕੇ ਚੱਲ ਰਹੇ ਨੇ। ਤੋ ਜਿੱਥੋਂ ਤੱਕ ਮੀਡੀਆ ਦੀ ਗੱਲ ਹੈ, ਮੱਲੀ ਸਾਹਿਬ ਨੇ ਵੀ ਬੜੇ ਮਾਣ ਨਾਲ ਕਹਿਤਾ, ਪੁਰੇਵਾਲ ਸਾਹਿਬ ਨੇ ਵੀ, ਇਹ ਮਾਲਕ ਨੇ, ਮੈਂ ਮਾਲਕ ਨਹੀਂ ਕਿਸੇ ਮੀਡੀਆ ਦਾ, ਪਰ ਜਿੰਨਾ ਕੁ ਜੋਗਾ ਹੈ ਉਹਨਾਂ ਕੁ ਜੋਗਾ ਹਰ ਵੇਲੇ ਹਾਜ਼ਰ ਹਾਂ। ਆਪਣੇ ਨਾਲ ਸਮਝਿਓ, ਆਪਣੇ ਪਾਸ ਜਾਣਿਓ। ਕੋਈ ਮੇਰੇ ਲਈ ਸੇਵਾ ਹੋਵੇ, ਮੈਂ ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਣ ਵਾਲੀ ਉਸ ਮਹਾਂਵਾਕ ਦੇ ਨਾਲ ਤੁਹਾਡੇ ਖੜਾ ਹੋਵਾਂਗਾ। ਨਾਲ ਬਹੁਤ ਬਹੁਤ ਧੰਨਵਾਦ ਆਪ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਦੇ ਨਾਲ ਨਾਲ ਇਹਨਾਂ ਨੇ ਇਹਨਾਂ ਦੇ ਇਹ ਵੀ ਵਿਚਾਰ ਬਹੁਤ ਹੀ ਸਨਮਾਨਯੋਗ ਨੇ ਕਿ ਇਹਨਾਂ ਨੇ ਜਿਵੇਂ ਆਖਿਆ ਕਿ ਜਿਹੜਾ ਗੱਤਕੇ ਨਾਲ ਜੁੜ ਜਾਂਦਾ ਹੈ ਉਹ ਆਪਣੇ ਆਪ ਹੀ ਗੁਰੂ ਦੀ ਬਾਣੀ ਅਤੇ ਬਾਣੀ ਦੇ ਨਾਲ ਆਪਣੇ ਆਪ ਹੀ ਉਹਦੇ ਨੂੰ ਆਕਰਸ਼ਿਤ ਹੋ ਜਾਂਦਾ ਹੈ। ਉਸ ਦੀ ਜਿਹੜੀ ਸੋਚ ਹੈ ਆਪਣੇ ਆਪ ਹੀ ਬਦਲ ਜਾਂਦੀ ਹੈ। ਸੋ ਇਹ ਬਹੁਤ ਤੁਹਾਡਾ ਧੰਨਵਾਦ। ਅਤੇ ਮੈਂ ਸਮਝਦਾ ਚਲੋ ਸਮਾਂ ਆਪਣੇ 1:30 ਵਜੇ ਵੱਲ ਨੂੰ ਜਾ ਰਿਹਾ ਹੈ, ਪਰ ਉਸ ਦੇ ਨਾਲ ਨਾਲ ਜੋ ਕੋਈ ਵੀ ਹੋਰ ਕੋਈ ਸਵਾਲ ਜਵਾਬ ਕੋਈ ਕਰਨਾ ਚਾਹਵੇ, ਕੋਈ ਵੀ you can do that in English, in Punjabi, in any language that you want. ਕੋਈ ਵੀ ਹੋਰ ਵੀਰ ਸੱਜਣ ਭੈਣ ਕੋਈ ਆਪਣੇ ਵਿਚਾਰ ਪੇਸ਼ ਕਰਨਾ ਚਾਹਵੇ ਤਾਂ ਉਹ ਜ਼ਰੂਰ ਇਹ ਮੌਕਾ ਲਵੇ। ਸਾਨੂੰ ਸਿੱਖ ਕੌਮ ਨੂੰ ਬੜਾ ਹੀ ਮਾਣ ਹੈ। ਇੱਕ ਗੁਰੂਆਂ ਦੀ ਇੱਕ ਦੇਣ ਹੈ, ਇਹ 'ਚ ਕੋਈ ਸ਼ੱਕ ਨਹੀਂ। ਤੇ ਮੈਂ ਸਮਝਦਾ ਕਿ ਖਾਸ ਤੌਰ 'ਤੇ ਜਿੱਦਾਂ ਮੇਰੇ ਜਗ ਪੁੱਤਰੀ ਹਨ ਅਮਨਜੀਤ, ਕਿ ਬੜੀ ਸ਼ਲਾਘਾਯੋਗ ਗੱਲ ਹੈ ਕਿ ਤੁਸੀਂ ਬੜੇ ਹਾਰਡ ਵਰਕ ਕਰਕੇ ਇਹ ਉਪਰਾਲਾ ਕੀਤਾ ਤੇ ਜਿਹੜੀ ਫੈਡਰੇਸ਼ਨ ਸੈਟਅਪ ਕੀਤੀ ਹੈ। ਤੇ ਖਾਸ ਕਰਕੇ ਜਿਹੜੇ ਮੇਰੇ ਨੌਜਵਾਨ ਇੱਥੇ ਗਏ ਜਾਂਦੇ ਹਨ ਕਿ ਗੱਤਕਾ ਲਾਉਂਦੇ ਹਨ, ਟ੍ਰੇਨਿੰਗ ਕਰਦੇ ਹਨ, ਇਹਨਾਂ ਨੂੰ ਵੀ ਉਚੇਚੇ ਤੌਰ 'ਤੇ ਬਹੁਤ ਬਹੁਤ ਵਧਾਈ ਹੈ। ਕਿਉਂਕਿ ਇਹਦੇ ਵਿੱਚ ਸਾਡੇ ਆਉਣ ਵਾਲੇ ਜ਼ਮਾਨੇ ਵਿੱਚ ਨੌਜਵਾਨਾਂ ਨੂੰ ਬਹੁਤ ਉਤਸ਼ਾਹ ਮਿਲੇਗਾ। ਕਿਉਂਕਿ ਗੱਤਕਾ ਅਤੇ ਸਿੱਖੀ ਇਸ ਤਰ੍ਹਾਂ ਗਿਆਨੀ ਜੀ ਹੋਣਾ ਅੱਗੇ ਕਿਹਾ ਗਿਆ, ਇਟ ਇਜ਼ ਇੰਟਰਕਨੈਕਟਡ, ਇਹ ਕੋਈ ਸ਼ੱਕ ਨਹੀਂ। ਔਰ ਮੈਂ ਬੜਾ ਕਨਵਿੰਸ ਹੋਇਆ ਮੇਰੇ ਵੀ ਪਿੱਛੇ ਗੁਰਤੇਜ ਸਿੰਘ ਨੇ ਜੋ ਮਿਸਾਲ ਦਿੱਤੀ, ਇਹ ਕੋਈ ਸ਼ੱਕ ਨਹੀਂ ਕਿ ਇਹ ਗੁਲਾਬ ਦੇ ਫੁੱਲਾਂ ਵਾਂਗੂ, ਕੋਈ ਗੁਲਾਬ ਚਿੱਟੇ ਹੁੰਦੇ, ਕੋਈ ਗੁਲਾਬ ਲਾਲ ਹੁੰਦੇ ਹਨ, ਤਰ੍ਹਾਂ ਤਰ੍ਹਾਂ ਦੇ ਰੰਗ ਹੁੰਦੇ ਹਨ, ਕੋਈ ਗੁਲਾਬ ਛੋਟਾ ਹੁੰਦਾ, ਕੋਈ ਵੱਡਾ ਹੁੰਦਾ। ਪਰ ਜਦੋਂ ਇੱਕ ਮੰਚ ਹੋ ਜਾਂਦੇ ਹਨ ਉਹ ਸਾਰਿਆਂ ਦਾ ਪਿਆਰ ਵੱਧਦਾ। ਤੇ ਜੇ ਹੋਰ ਕੋਈ ਧਰਮ ਦਾ ਵੀ ਹਿੱਸਾ ਲੈਣਾ ਚਾਹਵੇ ਕਿ ਇਹ ਬੜੀ ਸਿੱਖ ਧਰਮ ਬਹੁਤ ਉਚੇਚੀ ਦੌਰ ਹੈ ਕਿ ਇਸ ਵੈਰੀ ਲਿਬਰਲ ਰਿਲੀਜਨ,
ਪਰ ਇੱਕ ਗੱਲ ਮੈਂ ਸਿੱਖਿਆ ਹੁਣ ਤੱਕ, ਉਹ ਇਹ ਆ ਕਿ ਬਾਣੀ ਵੀ ਸਾਨੂੰ ਦੱਸਦੀ ਆ ਕਿ ਈਗੋਇਜ਼ਮ ਇਜ਼ ਦ ਬਿਗੇਸਟ ਈਗੋ। ਮੈਂ ਸਮਝਦਾ ਕਿ ਇਸ ਤਰ੍ਹਾਂ ਮੀਡੀਆ ਵੀ ਆਪਣਾ ਹਿੱਸਾ ਪਾਵੇ ਤੇ ਇਹ ਗੱਤਕੇ ਦਾ ਜਿਹੜਾ ਜੋ ਆਪਾਂ ਕਰਨਾ ਚਾਹੁੰਦੇ ਹਾਂ, ਗੱਤਕੇ ਦੀ ਪ੍ਰਚਲਿਤ ਕਰਨੀ ਚਾਹੁੰਦੇ ਹਾਂ ਨੈਸ਼ਨਲ ਪੱਧਰ ਤੇ, ਫਿਰ ਇੰਟਰਨੈਸ਼ਨਲ ਪੱਧਰ ਤੇ, ਤੇ ਤੁਸੀਂ ਤੁਹਾਡੇ ਮੀਡੀਆ ਦਾ ਕੰਮ ਸਾਡੇ ਹੱਥ ਹੋ ਸਕਦੀ ਹੈ। ਸੋ ਮੈਂ ਜ਼ਿਆਦਾ ਟਾਈਮ ਨਾ ਲਵਾਂ ਕਿਉਂਕਿ ਮੇਰੇ ਤੋਂ ਪਹਿਲਾਂ ਬੜੇ ਸੋਝੇ ਵੀਰ ਬੋਲ ਚੁੱਕੇ ਹਨ। ਇਹੀ ਕਹਿਣਾ ਚਾਹੁੰਦਾ ਹਾਂ ਕਿ ਇਹ ਬਹੁਤ ਹੀ ਅੱਜ ਖੁਸ਼ੀ ਵਾਲਾ ਦਿਨ ਆਇਆ ਕਿ ਸਾਡੇ ਗ੍ਰੈਜੂਏਸ਼ਨ ਦੇ ਵਿੱਚ ਅਸੀਂ ਇੱਕ ਪਹਿਲ ਲੈ ਲਓ। ਇਹ ਵੀ ਤੁਹਾਡੇ ਸਾਰੇ ਸੰਗਤਾਂ ਨਾਲ ਤੇ ਸਹਿਯੋਗ ਨਾਲ ਹੀ ਹੈ। ਭਾਵੇਂ ਇੱਥੇ ਅੱਜ ਸੌਦਾਲ ਹੁੰਦੇ ਚਾਹੇ ਮਿਡਲੈਂਡ ਹੁੰਦੇ, ਸਾਨੂੰ ਸਾਰੇ ਤੁਸੀਂ ਇੱਕੋ ਜਿਹੇ ਹੋ। ਔਰ ਮੈਂ ਚਾਹੁੰਦਾ ਕਿ ਅੱਗੇ ਗਾਂ ਵੀ ਅਸੀਂ ਇਸੇ ਤਰ੍ਹਾਂ ਹੀ ਇਹ ਮੀਟਿੰਗਾਂ ਕਰੀਏ, ਇਹਨੂੰ ਉੱਪਰ ਚੱਲੀਏ। ਇਹ ਕੋਈ ਸਮਾਂ ਦੂਰ ਨਹੀਂ, ਟਾਈਮ ਲੱਗੂਗਾ ਤੇ ਇੱਕ ਟਾਈਮ ਅਸੀਂ ਸਿੱਖ ਕੇ ਵੀ ਸ਼ੋਅ ਕਰੀਏ ਵਾਕਿਆ 올림픽ਸ ਦੇ ਵਿੱਚ ਵੀ, ਪਹਿਲਾਂ ਕਾਮਨਵੈਲਥ ਗੇਮਾਂ ਵਿੱਚ, ਫਿਰ 올림픽 ਗੇਮਾਂ 'ਚ ਵੀ ਅਸੀਂ ਜ਼ਰੂਰ ਕਾਮਯਾਬ ਹੋਵਾਂਗੇ। ਸਿਰਫ ਸਾਰਿਆਂ ਦਾ ਆਸ ਚਾਹੀਦਾ, ਈਗੋਇਜ਼ਮ ਦੀ ਨਹੀਂ ਚਾਹੀਦੀ, ਸਾਰਿਆਂ ਦਾ ਸਾਥ ਚਾਹੀਦਾ। ਲਿਬਰਲ ਤੌਰ ਤੇ ਕੰਮ ਕਰੀਏ। ਇਹਦਾ ਦੇਖੀਏ ਕਿ ਤਰਨਜੀਤ ਸਿੰਘ ਆ ਗਿਆ, ਉਹ ਯਾਰ ਮੇਰੇ ਕੋਲ ਪੋਸਟ ਚਾਹੀਦੀ ਸੀ। ਜਿਹੜਾ ਬੰਦਾ ਕੋਈ ਕਾਬਲੀਅਤ ਰੱਖਦਾ ਹੈ ਉਹਨੂੰ ਉਸ ਤਰ੍ਹਾਂ ਦਾ ਕੰਮ ਦਿਓ। ਮੈਂ ਇਹ ਸਦਾ ਹੀ ਕਹਿੰਦਾ ਹਾਂ, ਉਹ ਕਹਿੰਦਾ ਆਇਆ ਹਾਂ। ਸੋ ਮੈਨੂੰ ਬੜੀ ਖੁਸ਼ੀ ਹੈ ਕਿ ਤਰਨਜੀਤ ਦੀ ਮੈਨੂੰ ਈਮੇਲ ਆਈ ਸੀ ਅੱਜ ਤੋਂ 2 ਮਹੀਨੇ ਪਹਿਲਾਂ ਕਿ ਇਸ ਤਰ੍ਹਾਂ ਆਪਾਂ ਵਰਲਡ ਕੱਪ ਕਰਨਾ, ਤੇ ਮੇਰਾ ਖਿਆਲ ਗੁਜਰ ਹੀ ਜਵਾਬ ਦੇ ਦਿੱਤਾ ਸੀ ਕਿ ਯੈਸ ਆਈ ਵਿਲ ਬੀ ਦੇਅਰ। ਜਿਹੜੀ ਮੇਰੇ 'ਚ ਕਾਬਲੀਅਤ ਆ ਮੈਂ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗਾ ਕਿ ਸਾਥ ਦੇਵਾਂਗਾ ਤਾਂ ਵੱਧ ਤੋਂ ਵੱਧ ਸਾਰਿਆਂ ਦਾ ਸਾਥ ਲਵਾਂਗਾ। ਸੋ ਇਹ ਹੀ ਕਹਿੰਦਾ ਮੈਂ ਖਿਲਾਉਂਦਾ ਜਾ ਸੀਗਾ। ਅਸੀਂ ਬਕਾਇਦਾ ਤੌਰ ਤੇ ਜਿਵੇਂ ਤੁਸੀਂ ਸੁਝਾਅ ਦਿੱਤਾ ਹੈ ਕਿ ਆਪਾਂ ਇਹਨਾਂ ਨੂੰ ਪੁਸਤਕਾਂ ਦੇ ਰਾਹੀਂ ਵੀ, ਜੋ ਕਿਤਾਬਾਂ ਦੇ ਰਾਹੀਂ ਇਸ ਅਨਮੋਲ ਖਜ਼ਾਨੇ ਨੂੰ ਅਸੀਂ ਉੱਥੇ ਦਰਜ ਵੀ ਕਰਵਾਈਏ ਤਾਂ ਕਿ ਜਿਹੜੀਆਂ ਅਗਲੀਆਂ ਪੀੜ੍ਹੀਆਂ ਵੀ ਨੇ ਉਹਨਾਂ ਨੂੰ ਵੀ ਇਸ ਸਾਰੇ ਪ੍ਰਤੀ ਜਾਣਕਾਰੀ ਹੋਵੇ। ਅਤੇ ਇਸ ਦੇ ਨਾਲ ਮੈਂ ਸਮਝਦਾ ਕਿ ਦੇਖੋ ਸਮਾਂ ਘਟਦਾ ਜਾ ਰਿਹਾ ਹੈ, ਪਰ ਸਾਡੇ ਦਰਮਿਆਨ ਕਈ ਹੋਰ ਸ਼ਖਸੀਅਤਾਂ ਵੀ ਨੇ ਜੋ ਸਾਬਕਾ ਮੇਅਰ ਨੇ, ਕਾਉਂਸਲਰ ਨੇ, ਗੁਰੂ ਘਰ ਦੇ ਉੱਘੇ ਸੇਵਕ ਵੀ ਨੇ, ਅਤੇ ਪਰ ਉਹਨਾਂ ਸਭਨਾਂ ਤੋਂ ਪਹਿਲਾਂ ਮੈਂ ਜੋ ਉਚੇਚੇ ਤੌਰ 'ਤੇ ਜਿਹੜੇ ਗੱਤਕੇ ਦੇ ਅਖਾੜੇ ਨੇ ਉਹਨਾਂ ਦੇ ਨੁਮਾਇੰਦਿਆਂ ਨੂੰ ਜ਼ਰੂਰ ਮੌਕਾ ਦੇਣਾ ਚਾਹਾਂਗਾ। ਅਤੇ ਮੇਰੀ ਮੁਰਾਦ ਹੈ ਸਰਦਾਰ ਉਪਤੇਜ ਸਿੰਘ ਜੀ ਰਤਨ, ਜੋ ਕਿ ਉਸਤਾਦ ਨੇ ਬਾਬਾ ਫਤਿਹ ਸਿੰਘ ਗੱਤਕਾ ਅਖਾੜੇ ਦੇ, ਕਿ ਉਹ ਵੀ ਜੋ ਆਪਣੇ ਵਡਮੁੱਲੇ ਵਿਚਾਰ ਅਤੇ ਸੁਝਾਅ ਸੰਗਤਾਂ ਦੇ ਨਾਲ ਸਾਂਝੇ ਕਰਨ। ਸਰਦਾਰ ਉਪਤੇਜ ਸਿੰਘ ਜੀ। ਕਈ ਫੁੱਲ ਖਿਲੜੇ ਹੁੰਦੇ ਆ, ਕਈ ਫੁੱਲ waiting. So we have to keep every flower in that pot. Bani, Pani is the essence. The vase is Gatka Federation. Bani de naal, Pani de Amrit, ਉਹਦੇ ਨਾਲ we are going to grow. ਆਪਾਂ ਜੇ ਅੱਧਾ ਸੋਚੂਗੇ ਨਾ ਕਿ ਵੀਰ ਜੀ ਮੋਨਾ ਉਹ ਸ਼ਰਾਬੀ ਆ, ਉਹ ਕਬਾਬੀ ਆ, he's like this, he's like that. We have to encompass everybody. By encompassing everyone, we give them the opportunity to grow. ਜੇ ਆਪਾਂ ਫੁੱਲ ਉਗਦਾ ਨਹੀਂ, ਆਪਾਂ ਚੱਕ ਕੇ ਬਾਹਰ ਮਾਰ ਦੋ ਉਹਨੂੰ, we are losing a flower. ਮਹਾਰਾਜ ਨੇ ਆਪਾਂ ਨੂੰ ਇੱਕ ਗੁਲਾਬ ਦਾ ਗੁਲਦਸਤਾ ਬਣਾਇਆ ਕਿ ਆਪਾਂ ਸਾਰੇ ਵੱਖਰੇ ਵੱਖਰੇ ਰੰਗ ਆ, ਆਪਣਾ ਗੁਲਦਸਤਾ ਇੱਕ ਆ, ਬਾਣੀ ਇੱਕ ਆ, ਪਾਣੀ ਇੱਕ ਆ, ਅੰਮ੍ਰਿਤ ਇੱਕ ਆ, ਪਰ ਆਪਣਾ ਤਰੀਕਾ to grow takes time. So we have to allow people to grow at their own pace and not to take them out ਕਿ ਉਹਦੇ ਵਿਚਾਰ ਸਾਡੇ ਨਾਲ ਮਿਲਦੇ ਨਹੀਂ, ਉਹਨੂੰ ਚੱਕ ਕੇ ਬਾਹਰ ਮਾਰੋ, ਇਹਦੇ ਵਿਚਾਰ ਵੱਖਰੇ ਹੈ, ਇਹਨੂੰ ਚੱਕ ਕੇ ਬਾਹਰ ਮਾਰੋ। ਜਾਂ ਵਿਚਾਰਾਂ ਦੀ ਸਾਂਝ ਕਰਨੀ ਹੈ, ਗੁਨਾਹ ਦੀ ਸਾਂਝ ਕਰੋ, ਔਗਣ ਛੱਡੋ। ਪਰ ਬਿਗੇਸਟ ਥਿੰਗ ਹੇਅਰ ਇਜ਼ ਕਿ ਆਪਾਂ ਕਿਸੇ ਨੂੰ ਦੇਖ ਕੇ ਨਫ਼ਰਤ ਨਾ ਕਰੀਏ ਕਿ ਉਹਦਾ ਪਰਿਵਾਰ ਇਸ ਤਰ੍ਹਾਂ, ਉਹਦਾ ਖਾਣ ਪੀਣਾ ਉੱਠਣਾ ਬੈਠਣਾ ਇਸ ਤਰ੍ਹਾਂ। ਤੇ ਗੁਰੂ ਨੇ ਆਪਾਂ ਨੂੰ ਇੱਕ ਬਣਾਇਆ, ਆਪਾਂ ਨੇ ਇਕੱਠੇ ਹੋ ਕੇ we can make the Gatka Federation proud. In England ਅੰਦਰ we are a nation of flowers that will flourish. And ਸਾਰੀ ਦੁਨੀਆ ਦੇਖਦੀ ਰਹੂੰਗੀ ਕਿ ਬਲਾਤ ਅੰਦਰ ਆ ਗੁਲਦਸਤਾ ਹੋ ਗਿਆ। We want a part of this. So we want to be able to flourish like flowers and spread the ਮਹਿਕ ਹੁੰਦੀ ਹੈ ਗੁਲਾਬ ਦੀ, ਉਹ ਮਹਿਕ ਦੇ ਨਾਲ ਅਸੀਂ ਸਾਰੀ ਦੁਨੀਆ ਨੂੰ ਦੱਸਣਾ ਕਿ ਅਸੀਂ ਗੁਰੂ ਦੇ ਲਾਲ ਹੈ। ਤਾਂ ਉਹ ਆਪੇ ਸਾਡੇ ਕੋਲ ਆਉਂਗੇ।
So rather than going to them, they will be attracted to you. But attraction hai ki? What is the attraction? Bani da vichar. Bani da vichar. Soj di vichar. Ik da vichar. ਉਹ ਇੱਕ ਹੀ ਹੈ ਗੁਰੂ ਸੋ ਆਪਾਂ ਨੇ ਉਸ ਵਿਚਾਰ ਲੈ ਕੇ ਅੱਗੇ ਤੁਰਨਾ so we mustn't differentiate between people, caste, color, creed, black, white, English. ਮਹਾਰਾਜ ਦੀ ਕਿਰਪਾ ਦੇ ਨਾਲ ਆਪਣੇ ਅਖਾੜੇ ਅੰਦਰ we've had ਗੋਰੇ ਕਾਲੇ ਚਿੰਨੇ ਮੁਸਲਿਮ ਆਇਓ ਕਹਿੰਦੇ ਕਿ ਮੈਂ ਕਿਹਾ ਸਾਡੀ ਪਰੰਪਰਾ ਹੈ ਕਿ ਅਸੀਂ ਅਖਾੜੇ ਲਾਉਣ ਤੋਂ ਪਹਿਲਾਂ ਅਰਦਾਸ ਸੋਧਣੀ ਹੈ ਮੈਂ ਕਿ ਮੈਂ ਤੇਰੇ ਮਜ਼ਹਬ ਦਾ ਬਿਲਕੁਲ ਸਤਿਕਾਰ ਕਰਦਾ ਤੂੰ ਆਪਣਾ ਤੂੰ ਨਮਾਜ਼ ਪੜ੍ਹੀ ਅਸੀਂ ਅਰਦਾਸ ਕਰੂੰਗੇ ਤੈਨੂੰ ਆਰ ਯੂ ਹੈਪੀ ਵਿਦ ਦੈਟ ਦੂਜੇ ਮੁੰਡੇ ਕਹਿੰਦੇ ਸੀ ਨੇ ਉਪਦੇਸ਼ ਆਪਾਂ ਯੂ نو ਵੀ ਹੈਵ ਟੂ ਬੀ ਵੈਰੀ ਕੇਅਰਫੁਲ ਮੈਂ ਕਿ ਨਹੀਂ ਆ ਗੁਰੂ ਦਾ ਘਰ ਸਾਂਝਾ ਜੇ ਉਹਨਾਂ ਨੂੰ ਦੇ ਐਗਰੀ ਵਿਦ ਦਿਸ ਕਿ ਅਸੀਂ ਨਮਾਜ਼ ਪੜ੍ਹਾਂਗੇ ਤੁਸੀਂ ਅਰਦਾਸ ਕਰਿਓ ਉਹ ਸਾਡੇ ਕੋਲ ਸਿੱਖ ਸਕਦੇ ਨੇ ਅਸੀਂ ਜੋ ਗੁਰੂ ਦੀ ਕਿਰਪਾ ਦੇ ਨਾਲ ਸਿੱਖਿਆ ਅਸੀਂ ਵੰਡੂਗੇ another thing that Bhai Sahib only touched on ਕਿ the Olympics ਮਹਾਰਾਜ ਦੀ ਕਿਰਪਾ ਦੇ ਨਾਲ ਆਪਣੇ ਅਖਾੜੇ ਫਰਾਂਸ ਗਏ ਸੀ ਫਰਾਂਸ ਅੰਦਰ there was an open sword challenge they phoned me from France ਕਿ ਉਪਤੇਜ we've got problems with fences ਜਿਹੜੀ ਗੋਰਿਆਂ ਦੀ ਖੇਡ ਹੈ ਇਟਾਲੀਅਨ ਖੇਡ ਫੈਂਸਿੰਗ ਅੰਦਰ ਤੇ ਉਹ ਬਿਲਕੁਲ ਪੈਰੀ ਪੋਸ ਸਿੱਧਾ ਕਰ ਲੈਂਦੇ ਆ ਤਾਂ ਆਪਣੇ ਵਾਰ ਖਾਲੀ ਜਾਂਦੇ ਨੇ So ਅਸੀਂ ਸੋਚਿਆ ਕਿ the best way to understand an art is to practice the art. So ਮਹਾਰਾਜ ਦੀ ਕਿਰਪਾ ਦੇ ਨਾਲ we started training in fencing as well. ਔਰ ਟ੍ਰੇਨਿੰਗ ਦੇ ਕਾਰਨ ਆਪਣੇ ਛੋਟੇ ਸਾਹਿਬਜ਼ਾਦੇ ਭਾਈ ਅਮੋਲ ਸਿੰਘ he's at the moment training they came third in the European Championships in Great Britain. He's flying to Croatia next week for the World Championships. He's training under the Olympic coach for Rio. He's training with the Olympic squad in fencing. But he's also a very good gatka player. ਉਹ ਆਪਣਾ ਬੱਚਾ ਮੇਰਾ ਬੱਚਾ ਨਹੀਂ ਹੈ ਉਹ ਇੱਕ ਗੁਲਾਬ ਦਾ ਫੁੱਲ ਹੈ So we have to nourish that flower. Likewise, there are so many people here who've got different qualities and abilities. Virji is an instructor in Kali. Stick fighting, that's very high class stick fighting. Bhai Sahib is a kickboxer instructor. Virjuni are experts in gatka baji, talwar baji, neje baji. There are other instructors here who are at their peak of instructorship. And their knowledge and guidance is very important. ਕਿ ਜਿੱਦਾਂ ਹਰੇਕ ਫੁੱਲ ਦਾ ਵੱਖਰਾ ਵੱਖਰਾ ਵਾਸ਼ਨਾ ਹੁੰਦੀ ਹੈ ਨਾ So we have to smell each flower slowly and take what we can from there. It's like pollen. So my personal vichar is ਕਿ ਮਹਾਰਾਜ ਦੀ ਕਿਰਪਾ ਦੇ ਨਾਲ we can flourish. ਜੇ ਆਪਾਂ ਆਪਣੇ ਹੋਮੇ ਦੇ ਨਾਲ ਜਾਈਏ ਕਿ ਸਾਡੇ ਵਿਚਾਰ ਵੱਖਰੇ ਆ ਉਹਨਾਂ ਦੇ ਵਿਚਾਰ ਵੱਖਰੇ ਆ ਤਾਂ ਫਿਰ ਆਪਣੇ ਉੱਥੇ ਰਹਿ ਜਾਣਾ ਸੋ ਮੇਰੀ ਹੱਥ ਜੋੜ ਬੇਨਤੀ ਹੈ ਕਿ ਸਾਰੇ ਅਖਾੜਿਆਂ ਨੂੰ ਕਿ ਆਪਾਂ ਆਪਣੇ ਦਰਵਾਜ਼ੇ ਖੋਲੀਏ ਕਿ ਗੁਰੂ ਜੀ ਨੇ ਆਪਾਂ ਨੂੰ ਬਾਹਰ ਨਹੀਂ ਰੱਖਿਆ ਕਿ ਆ ਗੁਰੂ ਦੀ ਖੇਡ ਹੈ ਗੁਰੂ ਦੀ ਗੱਲ ਹੈ ਤਾਂ ਗੁਰੂ ਦਾ ਨਿਸ਼ਾਨਾ ਹੈ ਕਿ ਇੱਕ ਦਿਨ ਸਾਰੀ ਦੁਨੀਆ will look at a Gursikh and say ਗੁਰੂ ਦੇ ਨਾਲ ਗੁਰੂ ਗੋਬਿੰਦ ਸਿੰਘ ਦਾ ਪੁੱਤ ਤੁਰਿਆ ਜਾਂਦਾ and he is a Shastradhari Guru Da Singh. This is the image, this is the flower we should be. And ਉਸੇ ਨਾਲ ਹੀ ਇੱਕ ਮਹਿਕ ਹੋਏ ਕਿ ਤੁਹਾਡੇ ਕੋਲ ਇੱਕ ਗੁਰਸਿੱਖ ਲੰਘ ਜੇ ਤਾਂ ਤੁਸੀਂ ਉਹਦੇ ਮਗਰ ਜਾਓਗੇ ਕਿਉਂਕਿ ਵੀ ਸੱਚੇ ਭਾਸ਼ਾ ਔਰ ਇੰਨੀ ਪਿਓਰ ਆ ਬਿਊਟੀਫੁਲ ਆ and that's what we should become. ਜਿਹੜੇ ਬੰਦੇ ਦੇਖ ਕੇ ਪਰੇ ਹੋ ਜਾਂਦੇ ਕਿ ਨਹੀਂ he looks like ਖੱਟਰ ਸਿੰਘ ਲੱਗਦਾ ਉਹ ਤਾਂ ਅਖੰਡ ਕ੍ਰਿਸ਼ਨ ਜਥੇ ਦਾ ਸਿੰਘ ਉਹ ਵੱਖਰਾ ਸਿੰਘ ਉਹ ਦੂਜਾ ਸਿੰਘ ਇਹਨਾਂ ਕੋਲ ਦੂਰ ਹੀ ਰਹੋ ਕਿ ਵਾਸ਼ਨਾ ਨਹੀਂ ਹੈਗੀ ਸੋ ਦ ਸਮੈਲ ਇਜ਼ ਦ ਪੁਲਿੰਗ ਪੁਆਇੰਟ ਜਦੋਂ ਸ਼ਸਤਰ ਚੱਲਦਾ ਹੈ ਔਰ ਇੱਕ ਵਾਸ਼ਨਾ ਵੀ ਹੋਰ ਹੁੰਦੀ ਹੈ that attracts you so we have to become an attraction not just to show but attraction which is real and truth ਜਿੱਥੇ ਸੱਚ ਆ ਉੱਥੇ ਗੁਰੂ ਨਾਨਕ ਆਪ ਖੜਾ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਗੱਤਕਾ ਫੈਡਰੇਸ਼ਨ ਤਿਆਰ ਕੀਤੀ ਜਾਵੇ ਸ਼ੁਰੂ ਕੀਤੀ ਜਾਵੇ ਜਿਹਦੇ ਵਿੱਚ ਜਿੰਨੇ ਵੀ ਗੱਤਕੇ ਦੇ ਅਖਾੜੇ ਹਨ
ਜਿਸ ਤਰ੍ਹਾਂ ਸਾਡੇ ਇੰਗਲੈਂਡ ਦੇ ਵਿੱਚ ਕਬੱਡੀ ਫੈਡਰੇਸ਼ਨ ਬਣ ਗਈ ਹੈ, ਇਸ ਤਰ੍ਹਾਂ ਗੱਤਕੇ ਦੀ ਫੈਡਰੇਸ਼ਨ ਬਣ ਜਾਵੇ। ਜਿੰਨੇ ਵੀ ਅਖਾੜੇ ਹਨ ਉਹ ਇਹਦੇ ਵਿੱਚ ਇਹਦੇ ਮੈਂਬਰ ਬਣ, ਇਹਦੇ ਵਿੱਚ ਭਾਗ ਲੈਣ, ਔਰ ਇੰਟਰਨੈਸ਼ਨਲ ਕਾਨੂੰਨ ਦੇ ਥੱਲੇ ਜੋ ਇਹਨਾਂ ਨੇ ਲਾਜ਼ ਬਣਾਏ ਹਨ ਆਪਣੇ ਗੱਤਕੇ ਦੇ, ਇਹਨਾਂ ਦੇ ਪ੍ਰੋਟੈਕਸ਼ਨ ਕੀ ਹੈ, ਕਿਸ ਤਰ੍ਹਾਂ ਵਰਤਣੇ ਹਨ, ਕਿਸ ਤਰ੍ਹਾਂ ਉਹਨਾਂ ਨੂੰ ਪਾ ਕੇ ਗੱਤਕਾ ਖੇਡਣਾ ਹੈ, ਔਰ ਕਿਹੜੀਆਂ ਆਈਟਮਾਂ ਜਿਹੜੀਆਂ ਹਨ ਇੰਟਰਨੈਸ਼ਨਲ ਪੱਧਰ ਦੇ ਉੱਤੇ ਉਹ ਗੱਤਕੇ ਦੇ ਵਿੱਚ ਨਹੀਂ ਆਉਂਦੀਆਂ, ਕਿ ਉਹ ਸਾਡੇ ਗੱਤਕੇ ਅਖਾੜਿਆਂ ਦੇ ਵਿੱਚ ਉਹ ਪ੍ਰਚਲਿਤ ਹਨ, ਉਹਨਾਂ ਨੂੰ ਕਿੱਦਾਂ ਸੋਧਣਾ ਹੈ। ਇਸ ਸੋਚ ਦੇ ਮੁਤਾਬਕ ਉਹਨਾਂ ਨੇ ਗੱਤਕਾ ਫੈਡਰੇਸ਼ਨ UK ਬਣਾਈ ਸੀ। ਔਰ ਸਾਨੂੰ ਇਸ ਗੱਲ ਦਾ ਵੀ ਮਾਣ ਹੈ ਕਿ ਉਹ ਗੱਤਕਾ ਫੈਡਰੇਸ਼ਨ ਇਸੇ ਗੁਰੂ ਘਰ ਦੇ ਵਿੱਚ ਪਿਛਲੇ ਸਾਲ ਗਰਮੀਆਂ ਦੇ ਦਿਨਾਂ ਵਿੱਚ ਉਹਨਾਂ ਨੇ ਬਣਾਈ ਸੀ। ਉਹਦੇ ਜੋ ਮੁਖੀ ਬਣਾਏ ਸਨ ਸਾਡੇ ਹੀ ਟਾਊਨ ਦੇ ਵਰਖਰਦਾਰ ਤਨਮਨਜੀਤ ਸਿੰਘ ਜੀ ਢੇਸੀ, ਜੋ ਕਿ ਸਾਡੇ ਮੇਅਰ ਵੀ ਸਾਬਕਾ ਮੇਅਰ ਹਨ, ਕੌਂਸਲਰ ਹਨ, ਇਸ ਵੇਲੇ ਕੈਬਨਿਟ ਮੈਂਬਰ ਵੀ ਹਨ। ਔਰ ਮੈਂ ਗੁਰੂ ਮਹਾਰਾਜ ਦੇ ਚਰਨਾਂ ਅੱਗੇ ਬੇਨਤੀ ਕਰਦਾ ਹਾਂ ਕਿ ਸਾਡੇ ਆਉਣ ਵਾਲੇ MP ਵੀ ਇਹੀ ਹੋਣ। ਤੇ ਉਹਨਾਂ ਨੂੰ ਗੱਤਕਾ UK ਫੈਡਰੇਸ਼ਨ ਦੇ ਉਹਨਾਂ ਨੇ ਪ੍ਰਧਾਨ ਨਿਯੁਕਤ ਕੀਤਾ ਸੀ। ਔਰ ਇਹਨਾਂ ਨੇ ਗੁਰੂ ਘਰ ਦੇ ਵਿੱਚ ਆ ਕੇ ਦਫ਼ਤਰ ਦੇ ਵਿੱਚ ਬੈਠ ਕੇ ਬੜੀਆਂ ਵਿਚਾਰਾਂ ਕੀਤੀਆਂ। ਇਹਨਾਂ ਨੂੰ ਇਹ ਗੱਲ ਕਹੀ ਸੀਗੀ, ਸਾਨੂੰ ਇਹ ਜ਼ਿੰਮੇਵਾਰੀ ਗਰੇਜ਼ਰ ਨੂੰ ਮਿਲੀ ਹੈ, ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇੰਗਲੈਂਡ ਦੀਆਂ ਜਿੰਨੀਆਂ ਵੀ ਗੱਤਕੇ ਦੇ ਅਖਾੜੇ ਹਨ ਉਹਨਾਂ ਨੂੰ ਇਕੱਠੇ ਕਰਕੇ ਇੱਕ ਨੈਸ਼ਨਲ ਪੱਧਰ ਦੇ ਉੱਤੇ ਇੱਕ ਕੰਪੀਟੀਸ਼ਨ ਟੂਰਨਾਮੈਂਟ ਕਰਵਾਈਏ। ਉਹ ਵੀ ਗੁਰੂ ਮਹਾਰਾਜ ਦੀ ਕਿਰਪਾ ਗਰੇਵਜ਼ਨ ਦੇ ਵਿੱਚ 22 ਜੁਲਾਈ ਨੂੰ ਸੈਚਰਡੇ ਵਾਲੇ ਦਿਨ, ਜੋ ਅਸੀਂ ਗਰੇਵਜ਼ਨ ਦੀ ਸਪੋਰਟਸ 20 ਜੁਲਾਈ ਨੂੰ ਸਪੋਰਟਸ ਗਰਾਊਂਡਾਂ ਹਨ, ਉਹਦੇ ਵਿੱਚ ਨੈਸ਼ਨਲ ਪੱਧਰ ਦੇ ਉੱਤੇ ਉਹ ਟੂਰਨਾਮੈਂਟ ਹੋਏਗਾ। ਉਹਦੇ ਵਿੱਚ ਸਾਰੀਆਂ ਇੰਗਲੈਂਡ ਦੀਆਂ ਜਿੰਨੇ ਵੀ ਗੱਤਕੇ ਦੇ ਅਖਾੜੇ ਹਨ ਉਹਦੇ ਵਿੱਚ ਭਾਗ ਲੈਣਗੇ। ਔਰ ਇਹਨਾਂ ਨੇ 2-3 ਮੀਟਿੰਗਾਂ ਕੀਤੀਆਂ ਵੀ ਹੈ ਕਿ ਨੈਸ਼ਨਲ ਪੱਧਰ 'ਤੇ ਗੱਤਕਾ ਖੇਡਣ ਦੇ ਲਈ ਸਾਨੂੰ ਕਿਹੜੇ ਰੂਲ ਅਪਲਾਈ ਕਰਨੇ ਪਊਗੇ, ਕਿਹੜੇ ਅਪਣਾਉਣੇ ਪੈਣਗੇ, ਕਿਹੜੇ ਛੱਡਣੇ ਪੈਣਗੇ। ਔਰ ਮੈਨੂੰ ਖੁਸ਼ੀ ਦੀ ਗੱਲ ਹੈ ਕਿਉਂਕਿ ਗੱਤਕੇ ਦੀਆਂ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਆਈਟਮਸ ਉਹ ਆਲਰੇਡੀ ਓਲੰਪਿਕ ਦੇ ਵਿੱਚ ਖੇਡੀਆਂ ਜਾਂਦੀਆਂ ਹਨ। ਔਰ ਜੇ ਇਹ ਨੌਜਵਾਨ ਇਕੱਠੇ ਹੋ ਕੇ ਉਪਰਾਲਾ ਕਰਨ, ਉਤਸ਼ਾਹ ਦਿਖਾਉਣ, ਤਾਂ ਬਹੁਤਾ ਚਿਰ ਨਹੀਂ ਲੱਗੇਗਾ ਜਦੋਂ ਕਿ ਸਾਡਾ ਜਿਹੜਾ ਗੱਤਕਾ ਹੈ ਓਲੰਪਿਕ ਦੇ ਵਿੱਚ ਵੀ ਆ ਜਾਵੇ ਜਾਂ ਵਰਲਡ ਕੱਪ ਦੇ ਵਿੱਚ ਆ ਜਾਵੇ। ਇਹ ਬੜੇ ਮਾਣ ਵਾਲੀ ਗੱਲ ਹੋਏਗੀ ਕਿਉਂਕਿ ਇਹਨਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਹੈ ਉਹ ਵਰਲਡ ਦੇ ਵਿੱਚ ਰੈਕੋਗਨਾਈਜ਼ ਹਨ। ਜਿਸ ਤਰ੍ਹਾਂ ਮਾਰਸ਼ਲ ਆਰਟ ਦੇ ਵਿੱਚ ਆਉਂਦੀਆਂ ਹਨ, ਤਲਵਾਰ ਨੂੰ ਚਲਾਉਣਾ ਹੈ, ਤਾਂ ਹੋਰ ਕਈ ਚੀਜ਼ਾਂ ਇਹੋ ਜਿਹੀਆਂ ਹਨ ਜਿਹੜੇ ਗੱਤਕੇ ਦੇ ਵਿੱਚ ਆਲਰੇਡੀ ਹਨ। ਅਤੇ ਇਹਨਾਂ ਦਾ ਨੂੰ ਅਸੀਂ ਹਰ ਤਰ੍ਹਾਂ ਦੇ ਨਾਲ ਸਹਿਯੋਗ ਦਿੰਦੇ ਹਨ। ਜੋ ਸਾਡੀ ਪਨੀਰੀ ਹੈ ਜਾਂ ਗੁਰੂ ਘਰ ਦੀਆਂ ਕਮੇਟੀਆਂ ਹਨ, ਅਸੀਂ ਪੂਰੀ ਅਸ਼ੋਰ ਕਰਦੇ ਹਾਂ ਕਿ ਅਸੀਂ ਹਰ ਹਾਲ ਦੇ ਵਿੱਚ ਤੁਹਾਡੇ ਨਾਲ ਖੜ੍ਹੇ ਹਾਂ ਔਰ ਤੁਹਾਡੀ ਹਰ ਤਰ੍ਹਾਂ ਸਪੋਰਟ ਕਰਨ ਨੂੰ ਤਨ ਔਰ ਧਨ ਦੇ ਨਾਲ ਕਰਨ ਨੂੰ ਅਸੀਂ ਤਿਆਰ ਹਾਂ। ਸੋ ਇਹ ਹੁਣ ਤੁਹਾਡਾ ਫਰਜ਼ ਹੈ ਕਿਉਂਕਿ ਢੇਸੀ ਸਾਹਿਬ ਬੜੇ ਪੜ੍ਹੇ ਲਿਖੇ ਹਨ, ਬੜੇ ਸੂਝਵਾਨ ਹਨ ਔਰ ਇਹਨਾਂ ਦੇ ਵਿੱਚ ਇਸ ਦੇਸ਼ ਦੇ ਵਿੱਚ ਵਿਚਰਨ ਦੇ ਲਈ, ਕਿਸੇ ਵੀ ਆਰਗੇਨਾਈਜੇਸ਼ਨ ਦੇ ਨਾਲ ਸੰਪਰਕ ਕਰਨ ਦੇ ਲਈ, ਕਿਸੇ ਵੀ ਆਰਗੇਨਾਈਜੇਸ਼ਨ ਦੇ ਮੋਹਰੀ ਹੋ ਕੇ ਚਲਾਉਣ ਦੇ ਲਈ ਇਹਨਾਂ ਕੋਲ ਕਾਬਲੀਅਤ ਹੈ। ਸੋ ਇਹ ਬੜੀ ਚੰਗੀ ਗੱਲ ਹੈ ਔਰ ਚੰਗਾ ਸ਼ਗਨ ਵੀ ਹੈ। ਸੋ ਮੈਂ ਬਹੁਤਾ ਚਿਰ ਨਾ ਇਹਦੇ ਤੁਹਾਡੇ ਵਿੱਚ ਬਹਾ ਕਿਉਂਕਿ ਇਹਨਾਂ ਨੇ ਜੋ ਆਪਣਾ ਪ੍ਰੋਗਰਾਮ ਹੈ ਉਹ ਤੁਹਾਨੂੰ ਦੱਸਣਾ ਹੈ, ਉਹਦੇ ਮੁਤਾਬਕ ਵਿਚਾਰਾਂ ਕਰਨੀਆਂ ਹਨ ਕਿਉਂਕਿ ਸਾਡੇ ਵਿੱਚ ਮੀਡੀਆ ਵੀ ਬੈਠਾ ਹੈ, ਪੰਜਾਬ ਟਾਈਮਸ ਵਾਲੇ ਬੈਠੇ ਹਨ ਔਰ ਸੰਗਤ TV ਅਤੇ ਸਿੱਖ TV ਵਾਲੇ ਦੋਨੋਂ ਹੀ ਸਾਡੇ ਵਿੱਚ ਬਿਰਾਜਮਾਨ ਹਨ। ਉਹਨਾਂ ਨੇ ਸਾਡੀਆਂ ਇੰਟਰਵਿਊ ਵੀ ਲੈਣੀਆਂ ਹਨ। ਅਸੀਂ ਹਰ ਤਰ੍ਹਾਂ ਦੇ ਨਾਲ ਉਤਸ਼ਾਹ ਦੇ ਨਾਲ ਇਸ ਪ੍ਰੋਗਰਾਮ ਦੇ ਉੱਤੇ ਵਿੱਚ ਭਾਗ ਲੈ ਰਹੇ ਹਾਂ। ਸੋ ਮੈਂ ਫਿਰ ਬੇਨਤੀ ਕਰਦਾ ਹਾਂ, ਇਹਨਾਂ ਦਾ ਧੰਨਵਾਦ ਕਰਦਾ ਹਾਂ ਕਿ ਇਹਨਾਂ ਨੌਜਵਾਨਾਂ ਨੂੰ ਉਤਸ਼ਾਹ ਦਿੰਦਾ ਹਾਂ ਕਿ ਤੁਸੀਂ ਵੱਧ ਚੜ੍ਹ ਕੇ ਇਸ ਜੋ ਸਾਡਾ ਇਹ ਨੈਸ਼ਨਲ ਸਾਡਾ ਧਰਮ ਦੇ ਨਾਲ ਸੰਬੰਧਿਤ ਇਹ ਜੋ ਗੱਤਕਾ ਹੈ ਇਹਨੂੰ ਪ੍ਰਮੋਟ ਕਰੋ। ਕਿਉਂਕਿ ਗੱਤਕਾ ਅੱਜ ਇਹਦੇ ਵਿੱਚ ਬਹੁਤ ਸਾਰੀਆਂ ਆਈਟਮਸ ਆ ਗਈਆਂ ਹਨ। ਕਿਉਂਕਿ ਸਾਡੇ ਸਮਿਆਂ ਦੇ ਵਿੱਚ ਜਦੋਂ ਛੋਟੇ ਸਾਨੂੰ ਸਿਖਾਇਆ ਜਾਂਦਾ ਸੀ ਡੰਡਿਆਂ ਦੇ ਨਾਲ, ਉਹ ਸਿਰਫ ਉਹਨੂੰ ਹੀ ਗੱਤਕਾ ਕਿਹਾ ਜਾਂਦਾ ਸੀ ਜਿਹੜਾ ਕਿ ਸੋਟੀ ਦੇ ਨਾਲ ਖੇਡਣਾ। ਹੁਣ ਇਹਦੇ ਵਿੱਚ ਕਈ ਹੋਰ ਵੈਪਨਸ ਆ ਗਏ ਹਨ ਅਤੇ ਉਹਨਾਂ ਨੂੰ ਇੰਟਰਨੈਸ਼ਨਲ ਤੌਰ ਦੇ ਉੱਤੇ ਸੋਧਿਆ ਗਿਆ ਹੈ। ਉਹਦੇ ਉੱਤੇ ਵਿਚਾਰਾਂ ਤੁਸੀਂ ਕਰਨੀਆਂ ਹਨ, ਉਹਨੂੰ ਅਪਣਾਉਣਾ ਤੁਸੀਂ ਹੈ ਔਰ ਇਹਨੂੰ ਅੱਗੇ ਤੁਸੀਂ ਲਿਜਾਣਾ ਹੈ। ਮੈਂ ਇੰਨੇ ਸ਼ਬਦ ਕਹਿੰਦਾ ਹੋਇਆ ਆਏ ਸਭ ਵੀਰਾਂ ਭੈਣਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਪ੍ਰਬੰਧਕ ਕਮੇਟੀ ਵੱਲੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।